लाइव चोरी ऑन साझा पंजाब। ਤੁਸੀਂ ਵੇਖ ਰਹੇ ਹੋ ਜੀ ਸਾਂਝਾ ਪੰਜਾਬ ਟੀਵੀ, ਚਾਹੇ ਤੁਸੀਂ ਟੀਵੀ ਤੇ ਦੇਖ ਰਹੇ ਹੋ ਜਾਂ ਤੁਸੀਂ ਸਾਨੂੰ ਸੋਸ਼ਲ ਮੀਡੀਆ ਤੇ ਇਸ ਵੇਲੇ ਫੇਸਬੁੱਕ ਲਾਈਵ ਤੇ ਦੇਖ ਰਹੇ ਹੋ। ਤੁਹਾਨੂੰ ਸਾਰਿਆਂ ਨੂੰ ਜੋਤੀ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਸਲਾਮ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋ ਔਰ ਮੌਸਮ ਨੂੰ ਇੰਜੋਏ ਕਰ ਰਹੇ ਹੋ। ਬਾਹਰ ਰੋਡਸ ਬਿਲਕੁਲ ਸਾਫ਼ ਹਨ। ਮੈਨੂੰ ਪਤਾ ਹੈ ਕਿ ਅੱਜ ਸਨੋ ਬਹੁਤ ਜ਼ਿਆਦਾ ਪਈ ਹੈ ਸਾਡੇ ਇੱਥੇ, ਲੇਕਿਨ ਫਿਰ ਵੀ ਰੋਡਸ ਦੀ ਜਿਹੜੀ ਕੰਡੀਸ਼ਨ ਹੈ ਉਹ ਬਹੁਤ ਵਧੀਆ ਹੈ। ਔਰ ਖੈਰ, ਆਪਣੇ ਆਪ ਨੂੰ ਪੋਜ਼ੀਟਿਵ ਰੱਖਣ ਦੀ ਕੋਸ਼ਿਸ਼ ਕਰੋ। ਕਿਸੇ ਨੇ ਬਹੁਤ खूब किया है कि जितन का जोड़ा जज्बा है वो हर पल सानू रखना चाहिए, चाहे किस तरह के भी हालात क्यों ना हो साढ़े आस पास। वो जोड़ा जज्बा है वो ख़त्म नहीं होना चाहिए, क्योंकि किस्मत चाहे साड़ी बदले ना बदले लेकिन वक्त एक दिन ज़रूर बदलता है। सो ये चीज़ सोच के हमेशा तुसी अगे बढ़ो, अपने कामां नू करो, कामां नू कंप्लीट करने की कोशिश करो। चाहे तुहाडे आस पास नैगेटिविटी है लेकिन उसनू इग्नोर करके तुसी पॉजिटिव रहने की कोशिश करो और सही और साफ सोच दे नाल चलो और सही लोकां दे विच विचरो ताकि तुहाडे उपर भी पॉजिटिव इफैक्ट होवे। खैर, हमेशा की तरह अज फिर मैं हाजिर हाँ दिल खोल के बोल तुहाडे लई लैके अपना शो। और दिल खोल के बोल दे विच असी अज दिल खोल के गल्लां करांगे साडे जलंधर तो आए मेहमान। जी हाँ, मैं तुहानू अज लैके जा रही हूँ जलंधर, खूबसूरत सिटी जलंधर, जिहड़ी मैनू भी बड़ी अजीज़ है क्योंकि मैं अपनी सारियां स्टडीज़ ग्रैजुएशन जलंधर तो कीतियां हन। सो इस करके जलंधर नाल मेरा एक खास लगाव है। सो हुण तां जलंधर बहुत डिवेलप हो गया, जो जलंधर जाइए तो जलंधर जलंधर वर्गा लगता ही नहीं है। सो खैर, करांगे बाकी दियां गल्लां साडे खास मेहमान जिहड़े कि एक बहुत अच्छे सिंगर हैं, बहुत अच्छे गायक हैं, जिन्हां ने डिवोशनल सॉन्ग भी गाए हैं, बीट सॉन्ग भी गाए हैं, रोमांटिक सॉन्ग भी गाए हैं, रिश्तिਆਂ ਦੇ ਉੱਪਰ भी गीत गाए हैं। ਅੱਜ ਕਰਾਂਗੇ ਕੁਝ ਉਹਨਾਂ ਦੇ ਨਾਲ ਗੱਲਬਾਤ ਤੇ ਜਾਣਾਂਗੇ ਉਹਨਾਂ ਦੀ ਜਰਨੀ ਜਿਹੜੀ ਹੈ ਕਿੱਦਾਂ ਸਟਾਰਟ ਹੋਈ ਔਰ ਇਸ ਵੇਲੇ ਪੰਜਾਬ ਦੇ ਅੰਦਰ ਕਿੱਦਾਂ ਦਾ ਮਾਹੌਲ ਹੈ। ਸੋ ਖੈਰ, ਵੈਲਕਮ ਕਰਦੇ ਹਾਂ ਸਾਡੇ ਅੱਜ ਦੇ ਖਾਸ ਮਹਿਮਾਨ ਬਲਵਿੰਦਰ ਦਿਲਦਾਰ। ਬਲਵਿੰਦਰ ਜੀ, ਵੈਲਕਮ ਟੂ ਦ ਸਟੂਡੀਓ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਔਰ ਸਾਂਝਾ ਪੰਜਾਬ ਦੇ ਜਿੰਨੇ ਦਰਸ਼ਕ ਆ, ਮੇਰੇ ਵੱਲੋਂ ਜਾਨੀ ਕਿ ਬਲਵਿੰਦਰ ਦਿਲਦਾਰ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਤੁਹਾਡਾ? ਹਾਂਜੀ, ਬਹੁਤ ਵਧੀਆ ਜੀ, ਤੁਸੀਂ ਸੁਣਾਓ ਜੀ। ਵਧੀਆ। ਮਾਹੌਲ ਕਿੱਦਾਂ ਦਾ? ਮਾਹੌਲ ਪੰਜਾਬ ਦੇ ਵਿੱਚ ਸਾਰੀ ਦੁਨੀਆ ਨੂੰ ਪਤਾ ਹੈ ਇਸ ਟਾਈਮ ਕੀ ਮਾਹੌਲ ਆ। ਹਾਂਜੀ। ਕਿਸਾਨਾਂ ਨੂੰ ਲੈ ਕੇ ਬਹੁਤ ਜ਼ਿਆਦਾ ਇੱਥੇ ਦੁਨੀਆ ਆਪਸ ਵਿੱਚ ਇੱਕ ਗੱਲ ਦੇ ਅੜੇ ਹੋਏ ਆ, ਸਰਕਾਰ ਔਰ ਸਾਡੀ ਪੰਜਾਬ ਦੇ ਕਿਸਾਨ। ਹਾਂਜੀ। ਸੋ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਸਦਕੇ ਇਹਦਾ ਹੱਲ ਛੇਤੀ ਨਿਕਲੇਗਾ। ਬਿਲਕੁਲ, ਅਸੀਂ ਵੀ ਇਹੀ ਅਰਦਾਸ ਕਰਦੇ ਹਾਂ, ਇਹੀ ਪ੍ਰੇਅਰ ਕਰਦੇ ਹਾਂ ਕਿ ਜਿਹੜਾ ਇਨਸਾਫ ਹੈ ਹੋਣਾ ਚਾਹੀਦਾ ਹੈ ਔਰ ਜਿਹਦੀ ਜਿਹੜੀ ਜਗ੍ਹਾ ਹੈ ਜਾਂ ਜਿਹਦੇ ਅਧਿਕਾਰ ਹਨ ਉਹ ਉਹਨਾਂ ਨੂੰ ਮਿਲਣੇ ਚਾਹੀਦੇ ਹਨ। ਔਰ ਸਾਰੇ ਮਿਲ ਕੇ ਇਸ ਜ਼ਿੰਦਗੀ ਦੀ ਜੰਗ ਦੇ ਵਿੱਚ ਸਾਰੇ ਇਕੱਠੇ ਹਨ ਔਰ ਜੋ ਵੀ ਮੈਂ ਕਹਿੰਦੀ ਹਾਂ ਨਤੀਜਾ ਨਿਕਲੇ ਸ਼ਾਂਤੀਪੂਰਵਕ ਨਿਕਲੇ। ਕੋਈ ਵੀ ਉਹਦੇ ਵਿੱਚ ਮਾਰ ਧਾੜ ਜਾਂ ਲੜਾਈ ਝਗੜੇ ਨਾ ਹੋਣ, ਵਾਇਲੈਂਸ ਨਾ ਹੋਵੇ ਔਰ ਬੈਟਰ ਹੈ ਸਾਡੇ ਜਿਹੜੇ ਕਿਸਾਨ ਭਰਾ ਹਨ ਉਹ ਸਾਰੇ ਨੈਗੇਟਿਵ ਲੋਕਾਂ ਤੋਂ, ਨੈਗੇਟਿਵ ਚੀਜ਼ਾਂ ਤੋਂ ਬਚ ਕੇ ਰਹਿਣ, ਪੋਜ਼ੀਟਿਵ ਹੋ ਕੇ ਕੰਮ ਕਰਨ। ਸੋ ਖੈਰ, ਤੁਹਾਡਾ ਵਕਤ ਕਿੱਦਾਂ ਗੁਜ਼ਰਿਆ ਕੋਵਿਡ ਦੇ ਦੌਰਾਨ? ਸਾਰੀ ਦੁਨੀਆ ਦੇ ਨਾਲ ਹੀ ਅਸੀਂ ਵੀ, ਕਿਉਂਕਿ ਕਲਾਕਾਰ ਹੋ ਗਏ ਜਾਂ ਦੁਨੀਆ ਦੇ ਹੋਰ ਬਿਜ਼ਨਸਮੈਨ ਹੋ ਗਏ, ਸਾਰਿਆਂ ਤੇ ਜਿਹੜਾ ਇਹਦਾ ਪ੍ਰਭਾਵ ਆ ਬਹੁਤ ਮਾੜਾ ਪਿਆ ਆ। ਪਰ ਫਿਰ ਵੀ ਇਹਨਾਂ ਕਠਿਨਾਈਆਂ ਵਿੱਚ ਅਸੀਂ ਹਿੰਮਤ ਨਾਲ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਇਆ ਔਰ ਇਹੀ ਸੋਚਿਆ ਕਿ ਅੱਜ ਫਾਈਟ ਕਰਨ ਦਾ ਵੇਲਾ ਆ ਔਰ ਆਪਣੇ ਆਪ ਨੂੰ, ਆਪਣੇ ਬੱਚਿਆਂ ਨੂੰ, ਆਪਣੀ ਫੈਮਿਲੀ ਨੂੰ ਸੇਫ ਵੀ ਕਰਨਾ ਆ ਔਰ ਅਸੀਂ ਆਪਣੇ ਇੰਡੀਆ ਦਾ, ਆਪਣੇ ਆਲੇ ਦੁਆਲੇ ਦੇ ਸਾਰਿਆਂ ਦਾ ਖਿਆਲ ਵੀ ਰੱਖਣਾ। ਬਿਲਕੁਲ ਔਰ ਵਧੀਆ ਰਿਹਾ ਔਰ ਇਹਦੇ ਵਿੱਚ ਅਸੀਂ ਬਹੁਤ ਕੁਝ ਸਿੱਖਿਆ ਆ। ਬਿਲਕੁਲ, ਹਰ ਇਨਸਾਨ ਨੇ ਕੁਝ ਨਾ ਕੁਝ ਸਿੱਖਿਆ ਹੈ ਇਸ ਵਕਤ ਤੋਂ, ਕਿਉਂਕਿ ਲਾਈਫ ਨੂੰ ਬਹੁਤ ਲੋਕਾਂ ਨੇ ਦੌੜ ਭੱਜ, ਫੈਮਿਲੀ ਨੂੰ ਵਕਤ ਨਹੀਂ ਦੇ ਰਹੇ ਸੀ ਔਰ ਪਰਮਾਤਮਾ ਦਾ, ਕੁਦਰਤ ਦਾ ਐਸਾ ਇੱਕ ਇਹ ਬਹਾਨਾ ਬਣਿਆ ਹਾਂਜੀ ਕਿ ਅਸੀਂ ਫੈਮਿਲੀ ਵਿੱਚ ਵੀ ਬੈਠੇ ਆ ਔਰ ਅਸੀਂ ਉਹਨਾਂ ਚੀਜ਼ਾਂ ਤੋਂ ਇਲਾਵਾ ਵੀ ਜੀ ਕੇ ਦਿਖਾ ਲਿਆ ਜਿਨ੍ਹਾਂ ਬਾਰੇ ਅਸੀਂ ਸੋਚਦੇ ਸੀਗੇ ਕਿ ਅਸੀਂ ਡੇਲੀ ਜਾਣਾ ਆ, ਅਸੀਂ ਆਹ ਕਰਨਾ, ਅਸੀਂ ਉਹ ਕਰਨਾ।
ਇਸ ਤਰ੍ਹਾਂ ਦਾ। ਬਿਲਕੁਲ ਤੁਸੀਂ ਸਹੀ ਕਿਹਾ। ਇਸ ਵਕਤ ਦੇ ਦੌਰਾਨ ਜਿੱਥੇ ਰਿਸ਼ਤੇ ਨਜ਼ਦੀਕ ਵੀ ਹੋਏ ਹਨ, ਬਹੁਤ ਸਾਰੇ ਰਿਸ਼ਤਿਆਂ ਵਿੱਚ ਨਜ਼ਦੀਕੀਆਂ ਵੀ ਆਈਆਂ ਹਨ, ਬਹੁਤ ਸਾਰੇ ਲੋਕਾਂ ਨੇ ਰਿਸ਼ਤਿਆਂ ਨੂੰ ਸਮਝਿਆ ਵੀ ਹੈ, ਬਹੁਤ ਸਾਰੇ ਲੋਕਾਂ ਨੇ ਆਪਣੇ ਆਪ ਬਾਰੇ ਵੀ ਸੋਚਿਆ ਕਿ ਉਹਨਾਂ ਨੂੰ ਕੀ ਚਾਹੀਦਾ ਹੈ, ਬਹੁਤ ਸਾਰੇ ਲੋਕਾਂ ਨੇ ਇਹ ਵੀ ਅਹਿਸਾਸ ਕੀਤਾ ਕਿ ਅਸੀਂ ਕਿਹਦੇ ਪਿੱਛੇ ਦੌੜ ਰਹੇ ਸੀ, ਮੈਟੀਰੀਅਲਿਸਟਿਕ ਚੀਜ਼ਾਂ ਦੇ ਪਿੱਛੇ, ਲੇਕਿਨ ਅਸਲੀਅਤ ਜ਼ਿੰਦਗੀ ਦੀ ਜਿਹੜੀ ਹੈ ਕੁਝ ਹੋਰ ਹੈ ਨਾ। ਸੋ ਆਈ ਹੋਪ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਕੰਟੀਨਿਊ ਰੱਖੀਏ ਜਦੋਂ ਹਾਲਾਤ ਸਾਰੇ ਠੀਕ ਹੋ ਜਾਣ। ਸੋ ਖੈਰ, ਤੁਹਾਨੂੰ ਪੁੱਛਣਾ ਚਾਹਾਂਗੀ ਥੋੜ੍ਹਾ ਜਿਹਾ ਕਿ ਤੁਸੀਂ ਕਿੱਥੋਂ ਦੇ ਜੰਪਲ ਹੋ, ਜਲੰਧਰ ਦੇ ਹੋ ਜਾਂ ਕਿਤੇ ਹੋਰ ਜਗ੍ਹਾ ਦੇ? ਜੀ ਹਾਂਜੀ, ਮੈਂ ਜਲੰਧਰ ਦਾ ਜੰਮਪਲ ਜੀ। ਓਕੇ। ਔਰ ਮੇਰਾ ਮੁਹੱਲਾ ਆ ਜਲੰਧਰ ਦੇ ਵਿੱਚ ਆਬਾਦਪੁਰਾ, ਓਕੇ। ਉਹਦੇ ਵਿੱਚ ਮੈਂ ਰਹਿੰਦਾ ਆ। ਔਰ ਬਹੁਤ ਵਧੀਆ। ਸਾਡੀ ਜੁਆਇੰਟ ਫੈਮਿਲੀ ਆ, ਮੇਰੀਆਂ 2 ਬੇਟੀਆਂ ਆ, ਹੂੰ। ਮੇਰੇ ਮਦਰ ਔਰ ਮੇਰੇ ਬ੍ਰਦਰ, ਸਾਰੇ ਅਸੀਂ ਇਕੱਠੇ ਰਹਿੰਦੇ ਆ। ਓਕੇ। ਜਲੰਧਰ ਮੇਰੇ ਵੀ ਬਹੁਤ ਦਿਲ ਦੇ ਕਰੀਬ ਹੈ ਕਿਉਂਕਿ ਮੈਂ ਵੀ ਆਪਣਾ ਆਈ ਥਿੰਕ 5 ਸਾਲ ਮੈਂ ਜਲੰਧਰ ਗੁਜ਼ਾਰਿਆ ਆਪਣੇ ਗ੍ਰੈਜੂਏਸ਼ਨ ਦੇ। ਸੋ ਬਹੁਤ ਸੋਹਣਾ ਸ਼ਹਿਰ ਹੈ ਜਲੰਧਰ। ਹਾਂਜੀ ਹਾਂਜੀ, ਬਿਲਕੁਲ ਬਹੁਤ ਅੱਛਾ ਸ਼ਹਿਰ ਆ। ਹਾਂਜੀ। ਸ਼ਹਿਰ ਸਾਰੇ ਚੰਗੇ ਹੁੰਦੇ ਆ, ਹਾਂਜੀ। ਬਸ ਇਹ ਕਹਿ ਲਓ ਕਿ ਜਿਹੜੇ ਉੱਥੇ ਦੇ ਵਸਨੀਕ ਆ ਉਹਨਾਂ ਦਾ ਰਹਿਣਾ ਸਹਿਣਾ ਕੁਝ ਅੱਛਾ ਹੁੰਦਾ, ਜਿਹਦੇ ਕਰਕੇ ਸ਼ਹਿਰ ਦੀ ਖੂਬਸੂਰਤੀ ਹੋਰ ਬਣ ਜਾਂਦੀ ਹੈ। ਬਿਲਕੁਲ ਸਹੀ ਕਿਹਾ। ਬਿਲਕੁਲ। ਸੋ ਤੁਹਾਡੀਆਂ ਬੇਟੀਆਂ ਜਿੱਦਾਂ ਤੁਸੀਂ ਦੱਸਿਆ ਹੈਗੀਆਂ, ਉਹਨਾਂ ਨੂੰ ਵੀ ਸ਼ੌਂਕ ਹੈਗਾ ਮਿਊਜ਼ਿਕ ਦਾ? ਹਾਂਜੀ, ਉਹਨਾਂ ਨੂੰ ਸ਼ੌਂਕ ਆ, ਬਹੁਤ ਅੱਛਾ ਗਾਉਂਦੀਆਂ ਵੀ ਆ। ਹੂੰ। ਔਰ ਵੱਡੀ ਬੇਟੀ ਆ, ਉਹ ਤਾਂ ਐਕਟਰ ਵੀ ਕਹਿ ਲਓ, ਐਕਟਿੰਗ ਦੇ ਵਿੱਚ ਜ਼ਿਆਦਾ ਸ਼ੌਂਕ ਰੱਖਦੀ ਆ, ਓਕੇ। ਗਿੱਧੇ ਦੇ ਵਿੱਚ ਸ਼ੌਂਕ ਰੱਖਦੀ ਆ। ਹੂੰ। ਔਰ ਬਹੁਤ ਛੇਤੀ ਇੱਕ ਬਹੁਤ ਵੱਡੇ ਗਾਣੇ ਵਿੱਚ ਉਹ ਆ ਰਹੀ ਆ, ਅੰਮ੍ਰਿਤ ਮਾਨ ਔਰ ਨਿਮਰਤ ਖਹਿਰਾ ਦੇ ਗਾਣੇ ਵਿੱਚ ਵਾਓ, ਕੰਮ ਕਰ ਚੁੱਕੀ ਹੈ। ਦੈਟਸ ਨਾਈਸ। ਬਹੁਤ ਵਧੀਆ ਗੱਲ ਹੈ। ਔਰ ਜਦੋਂ ਪੇਰੈਂਟਸ ਪਛਾਣ ਲੈਂਦੇ ਆ ਨਾ ਕਿ ਸਾਡੇ ਬੱਚੇ 'ਚ ਟੈਲੈਂਟ ਹੈਗਾ, ਉਹ ਐਂਬੀਸ਼ੀਅਸ ਹੈਗਾ, ਕੁਝ ਕਰ ਸਕਦਾ ਹੈ। ਕੁਝ ਟੈਲੈਂਟ ਜਿਹੜੇ ਆ ਉਹ ਸਾਨੂੰ ਗੋਡ ਗਿਫਟਡ ਹੁੰਦੇ ਆ। ਆਈ ਥਿੰਕ ਉਹ ਚੀਜ਼ ਨੂੰ ਪਛਾਣਨਾ ਚਾਹੀਦਾ। ਔਰ ਜੇ ਤੁਸੀਂ ਪਛਾਣ ਕੇ ਉਹਨਾਂ ਦਾ ਸਾਥ ਦੇ ਰਹੇ ਹੋ, ਉਹਨਾਂ ਨੂੰ ਅੱਗੇ ਇਨਕਰੇਜ ਕਰ ਰਹੇ ਹੋ ਉਸ ਕੰਮ ਲਈ, ਤਾਂ ਮੈਨੂੰ ਲੱਗਦਾ ਬਹੁਤ ਵਧੀਆ ਗੱਲ ਹੈ। ਦੇ ਆਰ ਲੱਕੀ। ਔਰ ਜੇ ਤੁਹਾਡੀ ਗੱਲ ਕੀਤੀ ਜਾਵੇ ਤਾਂ ਤੁਹਾਡੀ ਜਰਨੀ ਕਿੱਦਾਂ ਸ਼ੁਰੂ ਹੋਈ, ਮਿਊਜ਼ਿਕ ਦੀ ਜਰਨੀ? ਗਾਉਣਾ ਇੱਕ ਪ੍ਰਮਾਤਮਾ ਦੀ ਆਮਦ ਆ। ਹੂੰ। ਇਹ ਪ੍ਰਮਾਤਮਾ ਦੇ ਘਰ ਚੋਂ ਹੀ ਕਲਾਕਾਰ ਇੱਕ ਵੱਖਰਾ ਰੂਪ ਲੈ ਕੇ ਧਰਤੀ ਤੇ ਆਪਣਾ ਜੀਵਨ ਬਤੀਤ ਕਰਦਾ। ਹਾਂਜੀ। ਬਚਪਨ ਤੋਂ ਮੈਨੂੰ ਸ਼ੌਂਕ ਸੀਗਾ। ਹੂੰ। ਉਹਦੇ ਨਾਲ ਨਾਲ ਜਿੱਦਾਂ ਜਿੱਦਾਂ ਉਮਰ ਵੱਡੀ ਹੁੰਦੀ ਗਈ, ਤਾਂ ਇੱਕ ਅੱਛੇ ਉਸਤਾਦ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਕਿ ਮੈਂ ਸੰਗੀਤ ਦੀ ਵਿੱਦਿਆ ਨੂੰ ਪ੍ਰਾਪਤ ਕਰਾਂ। ਹੂੰ। ਔਰ ਮੈਂ ਬਾਕੀ ਕਲਾਕਾਰਾਂ ਵਾਂਗੂ ਮੈਂ ਵੀ ਹੌਲੀ ਹੌਲੀ ਟੈਲੀਵਿਜ਼ਨ ਵਿੱਚ ਆਵਾਂ, ਲੋਕੀ ਮੇਰੇ ਗੀਤ ਸੁਣਨ। ਔਰ ਉਹਦੇ ਨਾਲ ਨਾਲ ਰੱਬ ਨੇ ਮੈਨੂੰ ਫਿਰ ਕਲਮ ਵੀ ਦੇ ਦਿੱਤੀ। ਔਰ ਕਿਉਂਕਿ ਜਿੰਨੇ ਵੀ ਅੱਜ ਤੱਕ ਮੈਂ Song ਗਾਏ ਆ, ਹਾਂਜੀ। ਉਹ ਮੈਂ ਆਪ ਹੀ ਲਿਖੇ ਆ। ਓਕੇ, ਦੈਟਸ ਨਾਈਸ। ਔਰ ਫਿਰ ਉਸਤਾਦ ਪੂਰਨ ਸ਼ਾਹ ਕੋਟੀ ਜੀ ਦੇ ਭਰਾ, ਸਵਰਗਵਾਸੀ ਉਸਤਾਦ ਰੇਸ਼ਮ ਸ਼ਾਹ ਕੋਟੀ ਸਾਹਿਬ, ਮੈਂ ਹੂੰ। ਉਹਨਾਂ ਨੂੰ ਆਪਣੇ ਉਸਤਾਦ ਜੀ ਮੰਨਿਆ, ਉਹਨਾਂ ਤੋਂ ਓਕੇ। ਤਾਲੀਮ ਲਈ। ਹੂੰ। ਔਰ ਹੌਲੀ ਹੌਲੀ ਫਿਰ ਮੈਂ ਇਸ ਤਰ੍ਹਾਂ ਗਾਇਕੀ ਦੀਆਂ ਪੌੜੀਆਂ ਚੜ੍ਹਦਾ ਰਿਹਾ, ਤੇ ਅੱਜ ਤੁਹਾਡੇ ਚੈਨਲ ਤੇ ਸਾਂਝੇ ਪੰਜਾਬ ਵਿੱਚ ਤੁਹਾਡੇ ਰੂਬਰੂ ਹੋ ਰਿਹਾ। ਬਹੁਤ ਵਧੀਆ ਗੱਲ ਹੈ। ਕਹਿੰਦੇ ਨਾ, ਜਿੱਥੇ ਚਾਹ ਉੱਥੇ ਰਾਹ। ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਕਰ ਸਕਦੇ ਹੋ ਵਧੀਆ ਕੰਮ, ਔਰ ਜੇ ਤੁਹਾਨੂੰ ਰਾਈਟ ਡਾਇਰੈਕਸ਼ਨ ਮਿਲ ਜਾਏ ਰਾਈਟ ਟਾਈਮ 'ਤੇ, ਆਈ ਥਿੰਕ ਤੁਸੀਂ ਬਹੁਤ ਅੱਛਾ ਗਰੋ ਕਰਦੇ ਹੋ। ਸੋ ਘਰ ਵਿੱਚ ਕਿਸੇ ਹੋਰ ਨੂੰ ਵੀ ਇਸ ਵੱਲ ਧਿਆਨ ਸੀ, ਕਿਸੇ ਦਾ ਮਿਊਜ਼ਿਕ ਵੱਲ, ਜਾਂ ਸ਼ੌਂਕ ਸੀ ਕਿਸੇ ਨੂੰ ਮਿਊਜ਼ਿਕ ਦਾ? ਸ਼ੌਂਕ ਬ੍ਰਦਰ ਨੂੰ ਥੋੜੇ ਹੈਗਾ, ਬਟ ਉਹਨਾਂ ਨੇ ਜ਼ਿਆਦਾ ਮੈਨੂੰ ਸਪੋਰਟ ਕੀਤਾ ਆ ਹੂੰ। ਕਿ ਅਸੀਂ ਦਿਲਦਾਰ ਨੂੰ ਅੱਗੇ ਕਰੀਏ, ਕਿਉਂਕਿ ਇਹ ਲਿਖਦਾ ਵੀ ਆ ਔਰ ਲਾਈਵ ਪਰਫਾਰਮੈਂਸ ਵੀ ਲੋਕ ਕਹਿ ਦਿੰਦੇ ਕਿ ਅੱਛੀ ਕਰਦਾ ਆ। ਹਾਂਜੀ। ਤੇ ਪਬਲਿਕ ਦੀਆਂ ਦੁਆਵਾਂ ਸਦਕਾ, ਘਰਦਿਆਂ ਦੀ ਸਪੋਰਟ ਦੇ ਨਾਲ ਅੱਜ ਬੜੇ ਅੱਛੇ ਤਰੀਕੇ ਨਾਲ ਮੈਂ ਲੋਕਾਂ ਦੇ ਵਿੱਚ ਜਾਂਦਾ ਆ। ਔਰ ਮੈਨੂੰ ਬੜਾ ਮਾਣ ਸਨਮਾਨ ਮਿਲਦਾ ਆ, ਤੇ ਜਿਹਦੇ ਕਰਕੇ ਮੈਂ ਖੁਸ਼ੀ ਖੁਸ਼ੀ ਇਹ ਪੌੜੀਆਂ ਚੜ੍ਹ ਕੇ ਆਪਣੇ ਆਪ ਨੂੰ ਗੌਰਵ ਮਹਿਸੂਸ ਕਰਦਾ ਆ ਕਿ ਮੇਰੀ ਫੈਮਿਲੀ ਮੇਰੇ ਨਾਲ ਆ, ਔਰ ਹਾਂਜੀ। ਮੇਰੇ ਨਾਲ ਤੁਹਾਡੇ ਵਰਗੇ ਆ, ਰੂਹਾਂ ਦੀਆਂ ਬਲੈਸਿੰਗ ਮੇਰੇ ਨਾਲ ਆ, ਔਰ ਰੱਬ ਦਾ ਹੱਥ ਮੇਰੇ ਸਿਰ ਤੇ ਆ। ਬਿਲਕੁਲ ਜੀ। ਔਰ ਸ਼ੁਰੂਆਤ ਜਿਹੜੀ ਤੁਹਾਡੀ ਹੋਈ ਉਹ ਕਿਹੜੇ ਗੀਤ ਤੋਂ ਹੋਈ, ਯਾਦ ਹੈ? ਕਿਹੜਾ ਪਹਿਲਾ ਗੀਤ ਸ਼ੁਰੂਆਤ ਤੁਹਾਡਾ ਆਇਆ ਸੀ? ਮੇਰੇ ਕਹਿ ਲਓ ਕਿ ਮੇਰਾ ਗੀਤ ਇੱਕ ਆਇਆ ਸੀ, ਬਾਪ। ਹੂੰ। ਮੈਂ ਆਪਣੇ ਪਿਤਾ ਜੀ ਨੂੰ ਡੈਡੀਕੇਟ ਕੀਤਾ ਸੀ, ਓਕੇ। ਉਹਨੂੰ ਟੈਲੀਵਿਜ਼ਨ ਵਿੱਚ ਲੈ ਕੇ ਆਇਆ ਸੀ ਮੈਂ।
ਔਰ ਉਸ ਗੀਤ ਨੂੰ ਬਹੁਤ ਲੋਕਾਂ ਨੇ ਪਿਆਰ ਕੀਤਾ, ਜਿਸ ਦੀਆਂ ਲਾਈਨਾਂ ਮੈਂ ਲਿਖੀਆਂ ਸੀ ਕਿ ਕਰਕੇ ਕਮਾਈਆਂ ਜਿਹੜਾ ਸਾਡਾ ਢਿੱਡ ਪਾਲਦਾ, ਕਰਿਓ ਨਾ ਗੁੱਸਾ ਕਦੇ ਉਹਦੀ ਕੱਢੀ ਗਾਲ ਦਾ, ਕਦੇ ਮਨ ਦੀਆਂ ਅੱਖਾਂ ਨਾਲ ਦੇਖਿਓ ਉਹ ਰੱਬ ਰੂਪ ਆਪ ਹੁੰਦਾ ਏ, ਧੁੱਪਾਂ ਛਾਵਾਂ ਵਿੱਚ ਜਿਹੜਾ ਕਰਦਾ ਕਮਾਈਆਂ ਕਦੇ ਭੁੱਲਿਓ ਨਾ ਸਾਡਾ ਬਾਪ ਹੁੰਦਾ ਏ। ਵਾਓ। ਮਾਵਾਂ ਨਾਲ ਕਰਦੇ ਨੇ ਸਾਰੇ ਹੀ ਪਿਆਰ, ਪਰ ਬਾਪੂ ਦੇ ਵੀ ਪਿਆਰ ਨੂੰ ਭੁਲਾਇਓ ਨਾ। ਤੀਲਾ ਤੀਲਾ ਜੋੜ ਜਿਹੜਾ ਘਰ ਹੈ ਬਣਾਉਂਦਾ, ਕਿਤੇ ਵੱਖਰਾ ਜਿਹਾ ਮੰਜਾ ਉਹਦਾ ਡਾਇਓ ਨਾ। ਮਨ ਬਹੁਤ ਵਧੀਆ। ਟੁੱਟ ਜਾਣਾ ਉਹਨੂੰ ਬੜੀ ਤਕਲੀਫ ਹੋਣੀ, ਲੱਗੂ ਪੁੱਤਾਂ ਵੱਲੋਂ ਮਿਲਿਆ ਸ਼ਰਾਫ ਹੁੰਦਾ ਏ, ਜਾਨ ਤੋੜ ਸਾਡੇ ਲਈ ਜੋ ਕਰਦਾ ਕਮਾਈਆਂ ਕਦੇ ਭੁੱਲਿਓ ਨਾ ਸਾਡਾ ਬਾਪ ਹੁੰਦਾ। ਵਾਓ, ਵੈਰੀ ਨਾਈਸ। ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਕਿ ਜੇ ਤੁਸੀਂ ਇਹ ਗੀਤ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ YouTube ਤੇ ਜਾ ਕੇ ਬਾਪ ਗੀਤ ਤੁਸੀਂ ਪਾਓਗੇ ਔਰ ਬਲਵਿੰਦਰ ਦਿਲਦਾਰ ਜੀ ਦੇ ਸਾਰੇ ਗੀਤ ਤੁਹਾਨੂੰ ਉੱਥੇ ਸ਼ੋ ਅਪ ਹੋ ਜਾਣਗੇ। ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸਿੰਗਿੰਗ ਨਹੀਂ ਕਰਵਾ ਸਕਦੇ, ਅਸੀਂ ਗਾਉਣ ਦੀ ਰਿਕੁਐਸਟ ਨਹੀਂ ਕਰ ਸਕਦੇ ਬਲਵਿੰਦਰ ਜੀ ਨੂੰ, ਕਿਉਂਕਿ ਕੁਝ ਸੋਸ਼ਲ ਮੀਡੀਆ ਦੀਆਂ ਰਿਸਟ੍ਰਿਕਸ਼ਨਸ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਅਸੀਂ ਇਹ ਚੀਜ਼ਾਂ ਨਹੀਂ ਕਰਵਾ ਸਕਦੇ ਆਪਣੇ ਸ਼ੋਅ ਦੇ ਵਿੱਚ, ਔਰ ਤੁਹਾਨੂੰ ਇਸ ਲਈ ਉਹਨਾਂ ਨੇ ਕਵਿਤਾ ਦੇ ਰੂਪ 'ਚ ਸੁਣਾ ਦਿੱਤੀਆਂ ਇਸ ਗੀਤ ਦੀਆਂ ਕੁਝ ਲਾਈਨਾਂ। ਸੋ ਮੈਂ ਚਾਹਾਂਗੀ ਤੁਸੀਂ ਇਸ ਗੀਤ ਨੂੰ ਸੁਣੋ ਜ਼ਰੂਰ, ਜਿੰਨੇ ਵੀ ਗੀਤ ਹਨ ਬਲਵਿੰਦਰ ਜੀ ਦੇ, ਤੁਸੀਂ YouTube ਤੇ ਜਾ ਕੇ ਜ਼ਰੂਰ ਸੁਣੋ। ਸੋ ਬਲਵਿੰਦਰ ਜੀ, ਹੁਣ ਤੱਕ ਕਿੰਨੇ ਗੀਤ ਆ ਚੁੱਕੇ ਹਨ ਤੁਹਾਡੇ? ਮੇਰੇ ਕੁਛ ਗੀਤ ਮੈਂ ਇਹ कह लो कि ज्यादा नहीं, अगर मैं डिवोशनल सॉन्ग और पंजाबी सॉन्ग और सूफी गीत कहां तो मेरे हिसाब नाल 12 गीत मेरे आ चुके हैं। और ओके। कुछ लोगों ने मेरे गीत गाए या कुछ सिंगरां ने गाए आ और कुछ ओके। होर गा रहे आ। ओके। और मेरे बहुत छेती क्योंकि थोड़े दिनों बाद एक श्री गुरु रविदास जी महाराज जी का मेरा हाँ जी। शब्द आ रहा है, संगतां ओके। कंछी आउंदियां, ਉਹ ਵੀ ਅਗਲੇ ਹਫਤੇ ਵਿੱਚ ਰਿਲੀਜ਼ ਹੋ ਜਾਣਾ ਆ। ਤੇ ਉਮੀਦ ਆ ਕਿ ਉਸ ਨੂੰ ਵੀ ਸਾਰੇ ਜਣੇ ਬਹੁਤ ਪਿਆਰ ਸਤਿਕਾਰ ਦੇਵੋਗੇ ਔਰ ਮੈਨੂੰ ਫਿਰ ਬਲੇਸਿੰਗ ਦੋਗੇ ਔਰ ਮੈਂ ਫਿਰ ਅੱਗੇ ਬਿਲਕੁਲ। ਆਪਣੇ ਗਾਇਕੀ ਦੇ ਪੜਾਅ ਵਿੱਚ ਅੱਗੇ ਵਧਾਂਗਾ। ਬਹੁਤ ਵਧੀਆ। ਔਰ ਕਿਹੜੇ ਗੀਤ ਨੂੰ ਤੁਹਾਨੂੰ ਲੱਗਦਾ ਕਿ ਬਹੁਤ ਜ਼ਿਆਦਾ ਪਿਆਰ ਮਿਲਿਆ ਔਰ ਲੋਕਾਂ ਨੇ ਬਹੁਤ ਪਸੰਦ ਕੀਤਾ? ਗੀਤ ਸਾਰੇ ਹੀ ਅੱਛੇ ਆ ਔਰ ਮੈਨੂੰ ਸਾਰੇ ਗੀਤਾਂ ਵਿੱਚੋਂ ਅਗਰ ਮੈਂ ਗੱਲ ਕਰਾਂ ਔਰ ਜੋ ਕਿ ਤੁਹਾਨੂੰ ਮੈਂ ਪਹਿਲਾਂ ਲਾਈਨਾਂ ਬੋਲ ਕੇ ਸੁਣਾਈਆਂ ਬਾਪ ਗੀਤ, ਹਾਂਜੀ। ਉਸ ਨੂੰ ਬਹੁਤ ਜ਼ਿਆਦਾ ਪਿਆਰ ਮਿਲਦਾ ਆ ਜਦੋਂ ਮੈਂ ਪਰਫਾਰਮ ਕਰਦਾ ਆ। ਕਿਉਂਕਿ ਵੱਡੇ ਵੱਡੇ ਸਾਡੇ ਸਤਿਕਾਰਯੋਗ ਸਾਡੇ ਬਜ਼ੁਰਗ ਜਦੋਂ ਹਾਂਜੀ। ਮੇਰੇ ਸਿਰ ਤੇ ਆ ਕੇ ਹੱਥ ਰੱਖਦੇ ਆ, ਜਦੋਂ ਮੇਰੀਆਂ ਭੈਣਾਂ ਮੇਰੀ ਬਾਂਹ ਫੜ ਕੇ ਮੈਨੂੰ ਕਹਿੰਦੀਆਂ ਕਿ ਸਾਨੂੰ ਤਾਂ ਤੁਸੀਂ ਅੱਜ ਸਾਡੇ ਪਿਤਾ ਜੀ ਦੀ ਯਾਦ ਕਰਵਾ ਦਿੱਤੀ। ਔਰ ਇੱਥੇ ਤੱਕ ਵੀ ਮੈਂ ਮੇਰੇ ਨਾਲ ਹੋ ਚੁੱਕਿਆ ਕਿ ਸਟੇਜ ਤੇ ਕਈ ਵਾਰੀ ਬਜ਼ੁਰਗ ਮੈਨੂੰ ਆ ਕੇ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਜੋ ਸੱਚ ਹੈ ਲਾਈਫ ਦਾ, ਕਈ ਵਾਰੀ ਤਾਂ ਮਤਲਬ ਕਿ ਮੈਨੂੰ ਝੁੱਕ ਕੇ ਮੇਰੇ ਹੱਥ ਫੜ ਕੇ ਚੁੰਮ ਲੈਂਦੇ ਆ ਔਰ ਕਹਿ ਦਿੰਦੇ ਆ ਕਿ ਬਹੁਤ ਵੱਡਾ ਮੈਸੇਜ ਇਸ ਗਾਣੇ ਵਿੱਚ ਦਿੱਤਾ ਹੈ ਜੋ ਅਸੀਂ ਆਪਣੇ ਬੱਚਿਆਂ ਨੂੰ ਕਹਿ ਨਹੀਂ ਸਕਦੇ। ਹਾਂਜੀ। ਤੂੰ ਸਟੇਜ ਤੇ ਖੜ ਕੇ ਉਹਨਾਂ ਨੂੰ ਸਮਝਾਉਣ ਦਾ ਇੱਕ ਉਪਰਾਲਾ ਕੀਤਾ ਹੈ। ਬਿਲਕੁਲ ਜੀ, ਇੱਕ ਕਲਾਕਾਰ ਦੀ ਇਹ ਡਿਊਟੀ ਬਣਦੀ ਹੈ, ਫਰਜ਼ ਬਣਦਾ ਹੈ ਕਿ ਉਹ ਜਿਹੜੇ ਵੀ ਗੀਤ ਸਮਾਜ ਦੇ ਵਿੱਚ ਲੈ ਕੇ ਆਵੇ ਉਹ ਗੀਤ, ਜਾਂ ਇੱਕ ਲੇਖਕ ਦੀ ਵੀ ਡਿਊਟੀ ਇਹ ਬਣਦੀ ਹੈ ਕਿ ਉਹਨਾਂ ਦੀ ਕਲਮ ਤੋਂ ਲਿਖਿਆ ਹਰ ਗੀਤ, ਹਰ ਲਫ਼ਜ਼ ਜਿਹੜਾ ਉਹ ਕਿਸੇ ਨਾ ਕਿਸੇ ਇਨਸਾਨ ਨੂੰ ਸੇਧ ਦੇਵੇ, ਉਹ ਕਰੀਬ ਲਿਆਵੇ ਰਿਸ਼ਤਿਆਂ ਦੇ ਔਰ ਜ਼ਿੰਦਗੀ ਦੀ ਹਕੀਕਤ ਦੇ ਕਰੀਬ ਲਿਆਵੇ, ਨਾ ਕਿ ਵਾਇਲੈਂਸ ਕ੍ਰੀਏਟ ਕਰੇ ਔਰ ਨਾ ਕਿ ਰਿਸ਼ਤਿਆਂ ਨੂੰ ਦੂਰ ਕਰੇ ਔਰ ਵਿਗਾੜ ਪਾਵੇ ਉਹਨਾਂ ਦੇ ਵਿੱਚ। ਸੋ ਇਹ ਤੁਸੀਂ ਰੋਲ ਵਧੀਆ ਅਦਾ ਕਰ ਰਹੇ ਹੋ ਔਰ ਇੱਦਾਂ ਹੀ ਤੁਸੀਂ ਕਰਦੇ ਰਹਿਣਾ ਐਜ਼ ਅ ਲਿਰਿਕਸ ਰਾਈਟਰ ਔਰ ਐਜ਼ ਅ ਸਿੰਗਰ, ਮੈਂ ਇਹੀ ਕਹਾਂਗੀ। ਔਰ ਕਿਉਂਕਿ ਅਸੀਂ ਅਗਰ ਸੂਫੀ ਵੀ ਗਾਉਂਦੇ ਆ ਹਾਂਜੀ। ਉਹਦੇ ਵਿੱਚ ਵੀ ਅਸੀਂ ਹਕੀਕਤ ਹੀ ਪੇਸ਼ ਕਰੀਦੀ ਆ। ਅਸੀਂ ਕਦੇ ਵੀ ਕਿਸੇ ਇਨਸਾਨ ਨੂੰ ਗਲਤ ਗਾਈਡ ਨਹੀਂ ਕਰੀਦਾ, ਕਿਉਂਕਿ ਇੱਕ ਦਿਨ ਇਨਸਾਨ ਦੁਨੀਆ ਤੋਂ ਜਾਂਦਾ ਆ, ਉਹਨੂੰ ਉਹਦੀ ਸੱਚਾਈ ਉਹਨੂੰ ਯਾਦ ਕਰਾਉਣੀ ਚਾਹੀਦੀ ਆ, ਨਾਲੇ ਖੁਦ ਨੂੰ ਯਾਦ ਰੱਖਣੀ ਚਾਹੀਦੀ ਆ। ਬਿਲਕੁਲ। ਦੁਨੀਆਦਾਰੀ ਇਹ ਬੜੀ ਗੁੰਝਲਦਾਰੀ ਸਾਰਾ ਹੀ ਇੱਕ ਝਮੇਲਾ ਆ, ਅਸਲੀ ਗੱਲ ਤਾਂ ਇਹ ਦਿਲਦਾਰਾ ਦੁਨੀਆ ਚਲੋ ਚਲੀ ਦਾ ਵੇਲਾ ਆ, ਅੱਗੇ ਗੁਰੂ ਤੇ ਪਿੱਛੇ ਚੇਲਾ ਆ। ਵਾਹ, ਕਿਆ ਬਾਤ ਹੈ। ਸੋ ਇੱਕ ਤੁਹਾਡਾ ਗੀਤ ਆਇਆ ਸੀ ਹੈਂਗ ਟਿਲ ਡੈਥ, ਉਹ ਗੀਤ ਕਿੱਦਾਂ ਲਿਖਿਆ? ਲਾਈਕ ਉਹ ਗੀਤ ਇੱਕ ਕਹਿ ਲਓ ਕਿ ਇੱਕ ਜਨੂਨੀ ਕਿਸੇ ਕਮਲੇ ਆਸ਼ਕ ਦਾ ਜਿਹਦਾ ਕਹਿ ਦਈਏ ਕਿ ਇੱਕ ਮੁਹੱਬਤ ਦਾ ਗੀਤ ਸੀਗਾ
ਕਿ ਉਹ ਸੀਗਾ ਵੀ ਜਾਣੀ ਕਿ ਜੇ ਮੇਰੀ ਤੇਰੇ ਨਾਲ ਮੁਹੱਬਤ ਆ ਤੇ ਜੋ ਮਰਜ਼ੀ ਹੋ ਜੇ ਮੈਂ ਉਹਨੂੰ ਛੱਡਾਂਗਾ ਨਹੀਂ, ਓਕੇ, ਬਲਕਿ ਏਦਾਂ ਸੀਗਾ। ਠੀਕ ਹੈ। ਤੇ ਉਹ ਵੀ ਕਿਸੇ ਦੇ ਕਹਿਣ ਤੇ ਹੀ ਮੈਨੂੰ, ਕਿਉਂਕਿ ਮੈਂ ਜਦੋਂ ਵਿਆਹਾਂ ਸ਼ਾਦੀਆਂ ਵਿੱਚ ਜਾਂਦਾ ਉੱਥੇ ਹਾਂਜੀ। ਮੈਂ ਸੂਫੀ ਗੀਤ ਨਹੀਂ ਗਾ ਸਕਦਾ ਸੀਗਾ, ਹੂੰ। ਕਿਉਂਕਿ ਮੈਂ ਧਾਰਮਿਕ ਹੀ ਜ਼ਿਆਦਾ ਗਾਇਆ। ਲੇਕਿਨ ਕੀ ਕਰੀਏ, ਇਹ ਸਾਨੂੰ ਨਾ ਚਾਹ ਕੇ ਵੀ ਏਦਾਂ ਦਾ ਕਿਤੇ ਕਿਤੇ ਗਾਉਣਾ ਪੈ ਜਾਂਦਾ। ਯਾ ਬਿਲਕੁਲ, ਹਰ ਮਾਹੌਲ ਨੂੰ ਦੇਖ ਕੇ ਗਾਣਾ ਪੈਂਦਾ ਹੈ। ਬਸ ਇਹ ਕਿ ਉਹ ਗੀਤ ਜਿਹੜਾ ਕਿਸੇ ਦੇ ਦਿਲ ਨੂੰ ਨਾ ਦੁਖਾਏ ਜਾਂ ਕਿਸੇ ਨੂੰ ਨੁਕਸਾਨ ਨਾ ਪਹੁੰਚਾਏ, ਬਸ ਇਦਾਂ ਦਾ ਗੀਤ ਹੋਣਾ ਚਾਹੀਦਾ ਹੈ। ਸੋ ਕਿਉਂ ਨਾ ਤੇ ਉਹਦੀਆਂ ਵੀ ਦੋ ਬੋਲ ਲਾਈਨਾਂ ਤੁਸੀਂ ਸਾਨੂੰ ਸੁਣਾ ਉਹਦੇ ਦਿਓ, ਬੋਲ ਜਦੋਂ ਕਿੱਦਾਂ ਲਿਖਿਆ ਸੀ? ਕਿ ਯਾਰੀਆਂ ਦਾ ਮੁੱਲ ਤੈਨੂੰ ਮੋੜਨਾ ਹੀ ਪੈਣਾ ਆ, ਨੀ ਇਹ ਡਰ ਡੁਰ ਵਾਲਾ ਬੂਹਾ ਤੋੜਨਾ ਹੀ ਪੈਣਾ ਆ। ਵੱਡਾ ਕਰ ਲੈ ਤੂੰ ਜੇਰਾ, ਹੱਥ ਛੱਡਦਾ ਨਹੀਂ ਤੇਰਾ, ਨੀ ਮੈਂ ਸੱਪ ਤੋਂ ਵੀ ਜ਼ਹਿਰੀ ਐਸਾ ਡਸੂੰਗਾ ਨਹੀਂ ਪਾਣੀ, ਫਿਰ ਮੰਗਿਆ ਨਾ ਜਾਊਗਾ। ਜਿਹਨੇ ਤੇਰੇ ਮੇਰੇ ਪਿਆਰ ਵਿੱਚ ਅੜੀ ਫੜੀ ਤੜੀ ਕੀਤੀ, ਉਹ ਤਾਂ ਫਿਰ ਟੰਗਿਆ ਹੀ ਜਾਊਗਾ। ਵਾਹ, ਚਲੋ ਵਧੀਆ। ਐਕਚੁਅਲੀ ਕਹਿੰਦੇ ਨੇ ਹਰ ਇੱਕ ਲੇਖਕ ਨੂੰ ਜਾਂ ਹਰ ਇੱਕ ਸਿੰਗਰ ਨੂੰ ਹਰ ਤਰ੍ਹਾਂ ਦਾ ਰੰਗ ਜਿਹੜਾ ਹੈ ਉਹ ਛੇੜਨਾ ਚਾਹੀਦਾ ਹੈ, ਹਰ ਤਰ੍ਹਾਂ ਦਾ ਰੰਗ ਜਿਹੜਾ ਹੈ ਉਹਦੇ ਨਾਲ ਖੇਡਣਾ ਚਾਹੀਦਾ ਉਹ ਹੈ। ਪਰ ਪਰਸਨਲੀ ਅਗਰ ਜੇਕਰ ਤੁਹਾਡੇ ਕੋਲੋਂ ਪੁੱਛਿਆ ਜਾਵੇ ਤੇ ਹਾਂਜੀ, ਤੁਹਾਨੂੰ ਕਿਹੜਾ ਰੰਗ ਬਹੁਤ ਵਧੀਆ ਲੱਗਦਾ ਹੈ, ਜਿਹਨੂੰ ਲਿਖ ਕੇ ਜਾਂ ਗਾ ਕੇ ਮਜ਼ਾ ਮੇਰਾ ਆਉਂਦਾ ਹੈ? ਲੱਗਦਾ ਸੂਫੀ ਹਾਂ, ਗਾਣੇ ਮੈਨੂੰ ਅੱਛੇ ਲੱਗਦੇ ਆ, ਕਿਉਂਕਿ ਇਸ਼ਕ ਦੇ ਕੰਮ ਗਾਣਾ ਮੇਰਾ ਆਇਆ ਸੀ ਹਾਂਜੀ। ਕਿ ਇਸ਼ਕ ਨਾ ਕਰਿਓ, ਇਸ਼ਕ ਤੋਂ ਡਰਿਓ, ਇਸ ਇਸ਼ਕ ਦੇ ਹਸ਼ਰ ਤੋਂ ਡਰਿਓ, ਇਹ ਪੈਰ ਦੀ ਜੁੱਤੀ ਕਰ ਦਿੰਦਾ ਏ ਲਾ ਚਮੜੀ ਦਾ ਚਾਮੋ, ਪਹਿਲਾਂ ਵੇਖ ਲੈ ਇਸ਼ਕ ਦੇ ਕੰਮ। ਵਾਹ, ਇਸ ਇਸ਼ਕ ਦੀਆਂ ਪੀੜਾਂ ਬੁਰੀਆਂ, ਐਨੀਆਂ ਬੁਰੀਆਂ ਗੁੱਝੀਆਂ ਛੁਰੀਆਂ, ਨਾ ਹੀ ਚੱਜ ਨਾ ਜੀਣ ਦੇਵੇ ਨਾ ਨਿਕਲਣ ਦਿੰਦਾ ਦਮ, ਉਹ ਪਹਿਲਾਂ ਵੇਖ ਲੈ ਇਸ਼ਕ ਦੇ ਕੰਮ। ਇਸ ਇਸ਼ਕ ਨੇ ਬੁੱਲਾ ਲੁੱਟਿਆ, ਯਾਰ ਮਨਾਉਣ ਲਈ ਰੱਜ ਕੇ ਨੱਚਿਆ, ਨੱਚ ਕੇ ਉਹਨੇ ਯਾਰ ਮਨਾਇਆ, ਲੈ ਪੈਰੀ ਘੁੰਗਰੂ ਬੰਨ, ਪਹਿਲਾਂ ਵੇਖ ਲੈ ਇਸ਼ਕ ਦੇ ਕੰਮ। ਇਸ਼ਕ ਨਾ ਕਰਿਓ, ਇਸ਼ਕ ਤੋਂ ਡਰਿਓ। ਵਾਹ, ਦਿਲਦਾਰ ਪ੍ਰੀਤ ਨੇ ਰੋਗੀ ਕਰਤੇ, ਮੰਗਣ ਲਾਤੇ ਜੋਗੀ ਕਰਤੇ, ਗੋਰਖਨਾਥ ਤੋਂ ਰਾਂਝੇ ਦੇ ਪੜਵਾ ਦਿੱਤੇ ਸੀ ਕੰਨ, ਪਹਿਲਾਂ ਵੇਖ ਲੈ ਇਸ਼ਕ ਦੇ ਕੰਮ। ਇਸ਼ਕ ਨਾ ਕਰਿਓ, ਇਸ਼ਕ ਤੋਂ ਡਰਿਓ। ਬਹੁਤ ਵਧੀਆ। ਸੋ ਮੈਂ ਚਾਹਾਂਗੀ ਕਿ ਸਾਡੇ ਦਰਸ਼ਕ ਜਿਹੜੇ ਆ ਤੁਹਾਡੇ ਗੀਤਾਂ ਨੂੰ YouTube ਤੇ ਜਾ ਕੇ ਜ਼ਰੂਰ ਸੁਣਨ, ਔਰ ਬਹੁਤ ਸਾਰੇ ਗੀਤ ਜਿਵੇਂ ਮੈਂ ਪਹਿਲਾਂ ਵੀ ਦੱਸਿਆ, ਜੋਤ ਦਾ ਨਜ਼ਾਰਾ, ਆਰਤੀ, ਹੈਂਗ ਟਿਲ ਡੈਥ, ਮੇਰਾ ਰੱਬ ਜਾਣਦਾ ਹੈ, ਬਾਪ, ਬਹੁਤ ਸਾਰੇ ਗੀਤ ਬਲਵਿੰਦਰ ਜੀ ਨੇ ਗਾਏ ਹਨ। ਸੋ ਬਲਵਿੰਦਰ ਦਿਲਦਾਰ ਤੁਸੀਂ ਜਦੋਂ ਸਰਚ ਕਰੋਗੇ ਤਾਂ ਤੁਹਾਨੂੰ ਇਹਨਾਂ ਦੀ ਪੂਰੀ ਲਿਸਟ ਸਾਹਮਣੇ ਆ ਜਾਵੇਗੀ। ਸੋ ਬਲਵਿੰਦਰ ਜੀ, ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਗੀਤ ਤੁਸੀਂ ਹੋਰ ਲੈ ਕੇ ਆ ਰਹੇ ਹੋ ਆਪਣੇ ਫੈਨਸ ਲਈ? ਮੈਂ ਆਪਣੇ ਆਉਣ ਵਾਲੇ ਟਾਈਮ ਵਿੱਚ ਇੱਕ ਗੀਤ ਆ ਰਿਹਾ ਮੇਰਾ, ਇੱਕ ਡਿਵੋਸ਼ਨਲ Song ਹੈਗਾ, ਜਿੱਥੇ ਤੂੰ ਰੱਖਣਾ ਉੱਥੇ ਮੈਂ ਰਹਿਣਾ, ਔਰ ਮੈਂ ਸਰਦਾਰ ਬਣਨਾ ਆ, ਇੱਕ ਇਹ ਗਾਣਾ ਮੇਰਾ ਆ ਰਿਹਾ। ਹੂੰ। ਔਰ ਇੱਕ ਗੀਤ ਆ ਗੋਰੀ ਦੀਆਂ ਝਾਂਜਰਾਂ। ਓਕੇ। ਗੋਰੀ ਦੀਆਂ ਇਹ ਝਾਂਜਰਾਂ ਗਾਣੇ ਤੁਸੀਂ ਮੇਰੇ ਨਾਮ ਲਿਆ ਤਾਂ ਮੈਨੂੰ ਯਾਦ ਆ ਗਿਆ ਉਹ ਪਹਿਲਾਂ ਇੱਕ ਗੀਤ ਪੁਰਾਣਾ, ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਪਈਆਂ, ਹਾਂ ਹਾਂ, ਹਨਾ? ਹਾਂਜੀ ਹਾਂਜੀ, ਗਲੀਆਂ ਦੇ ਵਿੱਚ ਡੰਡ ਪਾਉਂਦੀਆਂ ਪਈਆਂ। ਯਾ। ਔਰ ਹਾਂਜੀ ਹਾਂਜੀ, ਅਗਰ ਉਸ ਗੀਤ ਦੀ ਵੀ ਗੱਲ ਕਰੀਏ, ਹੂੰ। ਔਰ ਜਿਹੜੇ ਮੇਰੇ ਉਸਤਾਦ ਜੀ ਹੋਏ ਆ, ਚੰਨ ਲਾਲ ਮਾਣਕ ਜੀ, ਜਿਹੜੇ ਮੇਰੇ ਲਿਖਾਈ ਵਿੱਚ ਉਸਤਾਦ ਜੀ ਹੋਏ ਆ, ਉਹਨਾਂ ਦੇ ਗੁਰੂ ਸਨ ਉਸਤਾਦ ਨੰਦ ਲਾਲ ਨੂਰਪੁਰੀ ਜੀ, ਯਾਨੀ ਕਿ ਓਕੇ। ਮੈਂ ਉਹਨਾਂ ਦਾ ਪੋਤਾ ਸ਼ਾਗਿਰਦ ਆ। ਔਰ ਓ। ਉਸ ਪੀੜ੍ਹੀ ਦੇ ਵਿੱਚੋਂ ਹੀ ਮੈਨੂੰ ਇੱਕ ਕਹਿ ਲਓ ਕਿ ਗੁਰੂਆਂ ਦੀ ਸੇਵਾ ਕਰਨ ਦਾ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਮੈਨੂੰ। ਬਹੁਤ ਵਧੀਆ, ਵੈਰੀ ਨਾਈਸ। ਤੇ ਸੋ ਸਾਨੂੰ ਵੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਕਿ ਇੰਨੇ ਵਧੀਆ ਖਾਨਦਾਨ ਤੋਂ ਤੁਸੀਂ ਹੋ, ਔਰ ਜਿਹੜੀ ਮਿਊਜ਼ਿਕ ਦੀ ਰਿਵਾਇਤ ਨੂੰ ਅੱਗੇ ਲੈ ਕੇ ਚੱਲ ਰਹੇ ਹੋ, ਔਰ ਵਧੀਆ ਤਰੀਕੇ ਨਾਲ ਵਧੀਆ ਗੀਤ ਤੁਸੀਂ ਲਿਖ ਵੀ ਰਹੇ ਹੋ ਔਰ ਗਾ ਵੀ ਰਹੇ ਹੋ। ਸੋ ਜਦੋਂ ਤੁਸੀਂ ਇਹ ਮਿਊਜ਼ਿਕ ਜਰਨੀ ਸ਼ੁਰੂ ਕੀਤੀ ਸੀ, ਉਸ ਸਮੇਂ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਕੀ ਕੀ ਚੇਂਜਸ ਨਜ਼ਰ ਆਉਂਦੇ ਹਨ ਮਿਊਜ਼ਿਕ ਇੰਡਸਟਰੀ ਦੇ ਅੰਦਰ? ਮਤਲਬ ਕਿ ਮੈਨੂੰ ਆਪਣੇ ਮਿਊਜ਼ਿਕ ਬਾਰੇ ਜਾਂ ਪੂਰੀ ਇੰਡਸਟਰੀ ਦੀ ਮਿਊਜ਼ਿਕ ਦੀ ਗੱਲ ਕਰ ਨਹੀਂ, ਰਹੇ? ਮਿਊਜ਼ਿਕ ਇੰਡਸਟਰੀ ਦੇ ਬਾਰੇ ਤੁਹਾਨੂੰ ਕੀ ਚੇਂਜਸ ਨਜ਼ਰ ਆਉਂਦੇ ਹਨ? ਮੈਂ ਕਿਉਂਕਿ ਜ਼ਿਆਦਾਤਰ ਪਹਿਲਾਂ ਧਿਆਨ ਵਕਤ ਸਹੀ ਹੁੰਦਾ ਦੱਸਾਂ, ਸੀ ਮੈਂ ਰਿਕਾਰਡਸ ਆਪਣੇ ਦਾ, ਗੀਤਾਂ ਵੱਲ ਹੀ ਕੈਸੇਟਸ ਦਾ। ਦਿੱਤਾ। ਹਾਂਜੀ। ਔਰ ਕਿਉਂਕਿ ਮੈਂ ਆਪਣੇ ਕਿਉਂਕਿ ਮੈਨੂੰ ਫੁਰਸਤ ਨਹੀਂ ਹੁੰਦੀ, ਮੈਂ ਕੋਈ ਨਾ ਕੋਈ ਨਵਾਂ ਰੰਗ, ਕੋਈ ਨਾ ਕੋਈ ਗੀਤ ਦੀ ਕੰਨੀ ਫੜ ਕੇ ਮੈਂ ਲਿਖਣ ਤੇ ਬੈਠਾ ਰਹਿੰਦਾ। ਹੂੰ। ਔਰ ਹਾਂ ਠੀਕ ਆ, ਅਸੀਂ ਸੁਣਦੇ ਆ ਸਭ ਦੇ ਗਾਣੇ, ਹਮ ਨਹੀਂ ਅੱਛੇ ਬੁਰਾ ਨਹੀਂ ਕੋਈ, ਕਿਉਂਕਿ ਜੋ ਲੋਕੀ ਡਿਮਾਂਡ ਕਰਦੇ ਆ, ਹਾਂਜੀ। ਜੋ ਲੋਕੀ ਚਾਹੁੰਦੇ ਆ, ਉਸ ਤਰ੍ਹਾਂ ਦਾ ਸਾਡੇ ਜਿਹੜੇ ਭੈਣ ਭਰਾ ਆ ਉਹ ਗੀਤ ਲੈ ਕੇ ਆ ਜਾਂਦੇ ਆ, ਔਰ ਸਾਡੇ ਹੀ ਭੈਣ ਭਰਾ ਜਾਂ
ਸਾਡੀਆਂ ਹੀ ਭੈਣਾਂ ਉਹਨਾਂ ਦੇ ਗਾਣਿਆਂ ਤੇ ਨੱਚਦੀਆਂ ਆ। ਇਸ ਕਰਕੇ ਚੇਂਜਸ ਜਿਹੜੀ ਆ, ਹਾਂ ਪੁਰਾਣੇ ਗਾਣੇ ਜਿਹੜੇ ਸੀਗੇ ਜਿੱਦਾਂ ਗੁਰਦਾਸ ਮਾਨ ਸਾਹਿਬ, ਹੰਸਰਾਜ ਹੰਸ ਜੀ, ਸਰਦੂਲ ਸਿਕੰਦਰ ਜੀ, ਹੂੰ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ, ਜੋ ਉਹਨਾਂ ਦੀ ਉਸ ਵੇਲੇ ਗਾਇਕੀ ਸੀ ਤੇ ਜੋ ਹੁਣ ਦੀ ਗਾਇਕੀ ਆ, ਉਹਦੇ ਵਿੱਚ ਇੱਕ ਮੈਸੇਜ ਹੁੰਦਾ ਸੀ, ਕੁਝ ਮਿੱਠੀ ਜੀ ਛੇੜਛਾੜ ਹੁੰਦੀ ਸੀ, ਤਾਰੀਫ ਹੁੰਦੀ ਸੀ। ਜੀ ਅੱਜ ਕੱਲ ਤਾਂ ਗਾਣਿਆਂ ਵਿੱਚ ਸਿਰਫ ਵੱਢ ਬਣਾਂਗਾ, ਤੈਨੂੰ ਚੱਕ ਦੂੰਗਾ, ਤੈਨੂੰ ਮਾਰ ਦੂੰਗਾ, ਤੈਨੂੰ ਆਹ ਕਰ ਦੂੰ। ਸਮਝ ਨਹੀਂ ਆਉਂਦੀ ਸਾਡੀ ਲੜਾਈ ਕਿਹਦੇ ਨਾਲ ਆ, ਅੱਜ ਤੱਕ ਮੈਨੂੰ ਸਹੀ ਇਹ ਨਹੀਂ ਗੱਲ ਪਤਾ ਹੈ, ਲੱਗਾ। ਸਹੀ ਗੱਲ ਹੈ। ਇਹੀ ਚੀਜ਼ ਨੂੰ ਤਾਂ ਦੇਖੋ, ਜਿਹੜੇ ਨੈਗੇਟਿਵ ਮਾਈਂਡਡ ਲੋਕੀ ਹਨ, ਉਹ ਸਮਾਜ ਨੂੰ ਗੰਦਾ ਕਰ ਰਹੇ ਹਨ ਆਪਣੇ ਗਲਤ ਵਿਚਾਰਾਂ ਦੇ ਨਾਲ, ਹੈ ਨਾ। ਉਹ ਪ੍ਰਵੋਕ ਕਰ ਰਹੇ ਹਨ ਇੱਕ ਆਮ ਇਨਸਾਨ ਨੂੰ, ਉਹ ਮਿਸਗਾਈਡ ਕਰ ਰਹੇ ਹਨ ਕਿਤੇ ਨਾ ਕਿਤੇ ਅਨਐਜੂਕੇਟਿਡ ਪਰਸਨ ਨੂੰ। ਜਿਹੜਾ ਐਜੂਕੇਟਿਡ ਪਰਸਨ ਨਹੀਂ ਹੈ, ਹੋ ਸਕਦਾ ਉਹ ਜ਼ਿਆਦਾ ਸਮਾਜ 'ਚ ਨਹੀਂ ਵਿਚਰਿਆ, ਉਹਨੂੰ ਨਹੀਂ ਪਤਾ ਚਲਾਕੀਆਂ, ਚੋਰੀਆਂ, ਹੈ ਨਾ। ਸੋ ਲੇਕਿਨ ਇੱਕ ਐਜੂਕੇਟਿਡ ਅਤੇ ਚਲਾਕ ਬੰਦਾ ਜਿਹੜਾ ਹੈ, ਉਹ ਕਿਤੇ ਨਾ ਕਿਤੇ ਕਈ ਵਾਰੀ ਐਕਸਪਲੋਇਟ ਵੀ ਕਰ ਦਿੰਦਾ ਹੈ ਅਜਿਹੇ ਬੰਦਿਆਂ ਨੂੰ। ਸੋ ਆਈ ਥਿੰਕ ਤੁਸੀਂ ਜ਼ਰੂਰਤ ਹੈ ਥੋੜ੍ਹਾ ਜਿਹਾ ਬਦਲਾਵ ਲਿਆਉਣ ਦੀ, ਅਵੇਅਰਨੈਸ ਨਵਾਂ ਲਿਆਉਣ 9 ਦੀ। ਦਿਨ ਤੇ ਪੁਰਾਣਾ 100 ਦਿਨ, ਹਾਂਜੀ, ਉਹ ਗਾਣੇ ਸਦਾ ਬਹਾਰ ਆ। ਬਿਲਕੁਲ ਔਰ ਬਿਲਕੁਲ। ਇੱਕ ਮੇਰਾ ਗੀਤ ਆਏਗਾ, ਪੀੜ ਤੇਰੇ ਜਾਣ ਦੀ ਅਸੀਂ ਜਰਨਾ ਸਿੱਖ ਗਏ ਆ। ਕਿਉਂਕਿ ਮੀਨਿੰਗਫੁਲ ਜੋ ਗਾਣੇ ਹੁੰਦੇ ਆ, ਉਹਨਾਂ ਦੇ ਵਿੱਚ ਸੁਣਨ ਵਾਲੇ ਨੂੰ ਵੀ ਮਜ਼ਾ ਆਉਂਦਾ ਹੈ, ਤੇ ਗਾਉਣ ਵਾਲੇ ਦਾ ਚਲੋ ਆਪਣੀ ਹਾਂਜੀ ਮਿਹਨਤ ਕਰਕੇ ਲੋਕਾਂ ਦੀ ਝੋਲੀ ਵਿੱਚ, ਹਨਾ, ਇਸ ਗੀਤ ਨੂੰ ਪਾ ਦਿੰਦਾ ਹਾਂਜੀ। ਆ। ਜੇਕਰ ਉਸ ਗੀਤ ਦਾ ਸਾਡੀ ਰੂਹ ਨੂੰ ਮਜ਼ਾ ਨਾ ਆਇਆ, ਸਾਡੇ ਦਿਮਾਗ ਦੇ ਵਿੱਚ ਗੱਲ ਹੀ ਨਾ ਸਮਝ ਲੱਗੀ, ਹੂੰ ਤੇ ਕਿਉਂਕਿ ਨਾ ਮੇਰੇ ਕੋਲ ਰਫਲਾਂ ਆ, ਨਾ ਮੇਰੇ ਕੋਲ ਬੰਦੂਕਾਂ ਆ, ਮੈਂ ਉਹਦੀਆਂ ਗੱਲਾਂ ਕਰੀ ਜਾਵਾਂ, ਹਾਂਜੀ ਉਹ ਮੇਰੇ ਲਈ ਅੱਛਾ ਨਹੀਂ। ਹਾਂਜੀ ਬਿਲਕੁਲ। ਔਰ ਕਿਤੇ ਨਾ ਕਿਉਂਕਿ ਕਿਤੇ ਇੱਦਾਂ ਦੇ ਗੀਤਾਂ ਨੇ ਸਾਡੇ ਸਮਾਜ ਵਿੱਚ ਬੱਚਿਆਂ ਨੂੰ ਜਾਂ ਨੌਜਵਾਨਾਂ ਨੂੰ ਮੈਂਟਲੀ ਬਹੁਤ ਹਾਈਪਰ ਜਿਹਾ ਕਰ ਦਿੱਤਾ ਹੈ, ਉਹਨਾਂ ਦਾ ਧਿਆਨ ਹੀ ਇਹਨਾਂ ਚੀਜ਼ਾਂ ਵੱਲ ਹੈ। ਸੋ ਜ਼ਰੂਰਤ ਹੈ ਅਜਿਹੇ ਗੀਤ ਲਿਆਉਣ ਦੀ ਜਿਹਦੇ ਵਿੱਚ ਸਾਡੀ ਜ਼ਿੰਦਗੀ ਦੀ ਹਕੀਕਤ ਹੋਵੇ, ਜਿਹਦੇ ਵਿੱਚ ਠਹਿਰਾਵ ਹੋਵੇ, ਜਿਹਦੇ ਵਿੱਚ ਮੀਨਿੰਗ ਹੋਵੇ ਕੁਝ ਜ਼ਿੰਦਗੀ ਦੇ ਨਾਲ ਜੁੜਿਆ। ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਪੁਰਾਣੇ ਗੀਤਾਂ ਦੀ ਜੇ ਗੱਲ ਕੀਤੀ ਜਾਵੇ, ਉਹ ਅੱਜ ਵੀ ਜ਼ਿੰਦਾ ਹਨ। ਅੱਜ ਵੀ ਜਦੋਂ ਅਸੀਂ ਕੋਈ ਅੰਤਾਕਸ਼ਰੀ ਖੇਡਣ ਲੱਗੀਏ ਜਾਂ ਕਿਸੇ ਨੂੰ ਗੀਤ ਸੁਣਾਉਣ ਲੱਗੀਏ, ਤਾਂ ਉਹ ਪੁਰਾਣੇ ਗੀਤ ਹੀ ਪਹਿਲਾਂ ਸਾਡੇ ਨਿਕਲਦੇ ਆ ਮੂੰਹ 'ਚੋਂ। ਨਵੇਂ ਗੀਤ ਸਾਨੂੰ ਯਾਦ ਹੀ ਨਹੀਂ ਆਉਂਦੇ ਕਿ ਕਿਹੜੇ ਆਏ ਸੀ। ਬਿਲਕੁਲ ਸਹੀ ਗੱਲ ਹੈ ਜੀ, ਕਿਉਂਕਿ ਉਹਨਾਂ ਦੇ ਵਿੱਚ ਇੱਕ ਏਦਾਂ ਲੱਗਦਾ ਸੀ ਜਿੱਦਾਂ ਇੱਕ ਪਰਿਵਾਰਿਕ ਗੀਤ ਆ, ਔਰ ਅਸੀਂ ਘਰ ਵਿੱਚ ਗੁਣਗੁਣਾ ਸਕਦੇ ਆ। ਹਾਂਜੀ ਬਿਲਕੁਲ ਤੇ ਹੁਣ ਗੱਲ ਇਹ ਆ ਕਿ ਇਹਨਾਂ ਗੀਤਾਂ ਨੂੰ ਅਸੀਂ ਪਰਿਵਾਰ ਵਿੱਚ ਗਾਵਾਂਗੇ ਤਾਂ ਸਾਡਾ ਸਾਡਾ ਜਿਹੜਾ ਦਾਦਾ ਤੇ ਸਾਡੇ ਹਾਂਜੀ ਵੱਡੇ ਆ, ਉਹ ਕਹਿਣਗੇ ਕਿ ਕੁੱਤਿਆਂ ਵਾਂਗੂ ਭੌਂਕੀ ਜਾਂਦਾ ਹੈ, ਸ਼ਰਮ ਕਰ, ਕੋਈ ਚੱਜ ਦੀ ਗੱਲ ਕਰ। ਸੋ ਜੇ ਕਿਉਂਕਿ ਪੁਰਾਣੇ, ਹਾਂਜੀ ਸਾਡੇ ਬਜ਼ੁਰਗ ਸਾਨੂੰ ਗੱਲ ਕਹਿਣ ਤੋਂ ਭੋਰਾ ਵੀ ਗੁਰੇਜ਼ ਨਹੀਂ ਕਰਦੇ, ਉਹ ਕਹਿ ਹਾਂਜੀ ਦਿੰਦੇ ਆ। ਬਿਲਕੁਲ। ਉਹ ਕਹਿੰਦੇ ਨਾ, ਪੁਰਾਣੇ ਬਜ਼ੁਰਗਾਂ ਦਾ ਜਿਹੜਾ ਸਿਖਾਇਆ ਉਹ ਬਹੁਤ ਲੰਬੇ ਸਮੇਂ ਤੱਕ ਚੱਲਦਾ ਹੈ ਔਰ ਚੱਲ ਵੀ ਰਿਹਾ, ਜਿਨ੍ਹਾਂ ਨੇ ਉਹਨਾਂ ਦੀਆਂ ਗੱਲਾਂ ਸੁਣੀਆਂ ਜਾਂ ਮੰਨੀਆਂ, ਹੈ ਨਾ। ਜ਼ਰੂਰ ਉਹ ਗਲਤ ਬੋਲ ਦਿੰਦੇ ਸੀ ਕਈ ਵਾਰੀ ਗੁੱਸੇ 'ਚ, ਕਿ ਲੇਕਿਨ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਸਾਡੀ ਚੰਗਿਆਈ ਲਈ ਬੋਲਦੇ ਸੀ ਕਿ ਇੱਕ ਅਸੀਂ ਵਧੀਆ ਕੰਮ ਕਰੀਏ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ। ਬਿਲਕੁਲ ਜੀ, ਸਗੋਂ ਸਾਨੂੰ ਬਲੇਸਿੰਗ ਦਿਓ ਕਿ ਅਸੀਂ ਹਮੇਸ਼ਾ ਚੰਗੇ ਲਿਖੀਏ, ਔਰ ਲੋਕਾਂ ਦੇ ਵਿੱਚ ਆਪਣੇ ਦਿਲ ਦੀਆਂ ਗੱਲਾਂ, ਪੰਜਾਬ ਦੀਆਂ ਗੱਲਾਂ, ਆਪਣੇ ਪਰਿਵਾਰ ਦੀਆਂ ਗੱਲਾਂ, ਆਪਣੇ ਸੱਭਿਆਚਾਰਕ ਦੀਆਂ ਗੱਲਾਂ ਅਸੀਂ ਸਾਰੇ ਆਪਣੀ ਆਡੀਅנס ਨੂੰ, ਅਸੀਂ ਉਹਨਾਂ ਨੂੰ ਚੰਗਾ ਹੀ ਸੁਣਾਈਏ, ਤਾਂ ਕਿ ਸਾਨੂੰ ਆਉਣ ਵਾਲੇ ਟਾਈਮ ਵਿੱਚ ਉਹ ਸਾਨੂੰ ਜਿੱਦਾਂ ਹੁਣ ਬਲੇਸਿੰਗ ਦਿੰਦੇ ਆ, ਅਸੀਂ ਉਹਨਾਂ ਦੀ ਹਮੇਸ਼ਾ ਇਸ ਤਰ੍ਹਾਂ ਬਲੇਸਿੰਗ ਲੈ ਕੇ ਆਪ ਵੀ ਖੁਸ਼ ਰਹੀਏ, ਤਾਂ ਉਹਨਾਂ ਨੂੰ ਵੀ ਆਪਣੇ ਗਾਇਕੀ ਨਾਲ ਖੁਸ਼ ਕਰ ਸਕੀਏ। ਬਿਲਕੁਲ। ਬਲਵਿੰਦਰ ਜੀ, ਜੇ ਗੱਲ ਕੀਤੀ ਜਾਵੇ ਸਾਡੇ ਸਿੰਗਰਸ ਦੀ, ਪੁਰਾਣੇ ਸਿੰਗਰਸ ਦੀ, ਲੈਜੈਂਡ ਸਿੰਗਰਸ ਦੀ, ਤੁਸੀਂ ਕਿਹਨਾਂ ਨੂੰ ਸੁਣਨਾ ਜ਼ਿਆਦਾ ਪਸੰਦ ਕਰਦੇ ਹੋ, ਜਾਂ ਉਹਨਾਂ ਦੇ ਕਿਹੜਾ ਗੀਤ ਤੁਹਾਡਾ ਮੈਂ ਫੇਵਰੇਟ ਹੈ? ਨੁਸਰਤ ਫਤਿਹ ਅਲੀ ਖਾਨ ਸਾਹਿਬ, ਔਰ ਹਾਂਜੀ ਮੈਂ ਗੁਰਦਾਸ ਮਾਨ ਜੀ ਨੂੰ ਬਹੁਤ ਸੁਣਦਾ। ਓਕੇ। ਤੇ ਕਿਉਂਕਿ ਹੰਸਰਾਜ ਹੰਸ ਜੀ ਨੇ ਵੀ ਬਹੁਤ ਸਾਰੇ ਗੀਤ ਗਾਏ ਆ, ਪਰ ਹਰ ਇੱਕ ਚੀਜ਼ ਦਾ ਟਾਈਮ ਹੁੰਦਾ ਆ। ਹਾਂਜੀ ਤੇ ਪਰ ਪਰਮਾਤਮਾ ਕਰੇ ਚਲੋ ਹਰ ਇੱਕ ਦੀ ਅਕਲ ਟਿਕਾਣੇ ਰਵੇ, ਭਾਵੇਂ ਕੋਈ ਸਿੰਗਰ ਆ, ਕਿਉਂਕਿ ਬਿਲਕੁਲ ਜੇਕਰ ਉਹ ਡਾਊਨ ਟੂ ਅਰਥ ਰਹੂਗਾ ਤੇ ਉਹਨੂੰ ਸਾਰੇ ਜਿਹੜੇ ਅੱਖਾਂ ਤੇ ਚੁੱਕ ਲੈਣਗੇ। ਅਗਰ ਕਿਤੇ ਵੀ ਆਪਣੀ ਲਾਈਨ ਗਲਤ ਕਰਦਾ ਆ ਤੇ ਲੋਕ ਫਿਰ ਬਰਦਾਸ਼ਤ ਨਹੀਂ ਕਰਦੇ ਔਰ ਬਖਸ਼ਦੇ ਨਹੀਂ ਹੈਗੇ, ਬਿਲਕੁਲ। ਜਿੱਦਾਂ ਕਿ ਹੋ ਰਿਹਾ। ਔਰ ਕਿਤੇ ਨਾ ਕਿਤੇ ਅੱਜ ਕੱਲ੍ਹ ਦੇ ਵਕਤ ਦੇ ਵਿੱਚ ਮਿਊਜ਼ਿਕ ਜਿਹੜਾ ਹੈ ਉਹ ਬਹੁਤ ਮਹਿੰਗਾ ਹੋ ਗਿਆ। ਇੱਕ ਗੀਤ ਤੁਸੀਂ ਜੇ ਬਣਾਉਣਾ ਹੈ ਤਾਂ ਉਹਦੇ ਲਈ ਤੁਹਾਨੂੰ ਬਹੁਤ ਸਾਰਾ ਬਜਟ ਚਾਹੀਦਾ, ਵੱਡਾ ਬਜਟ। ਜੇ ਵੱਡਾ ਬਜਟ ਲੱਗੇਗਾ ਉਹਦੇ 'ਤੇ, ਸੋਸ਼ਲੀ ਤੁਸੀਂ ਉਹਨੂੰ ਹਾਈਪ ਦੇਣੀ ਆ, ਤਾਂ ਤੁਹਾਨੂੰ ਉਹਦੇ 'ਤੇ ਵੀ ਬਜਟ ਲਗਾਉਣਾ ਪੈਂਦਾ ਹੈ। ਇਹਦਾ ਕੀ ਰੀਜ਼ਨ ਹੈ, ਕਿਉਂ ਇਹ ਤਬਦੀਲੀ ਜਿਹੜੀ ਹੈ ਸਾਡੀ ਮਿਊਜ਼ਿਕ ਵਰਲਡ ਦੇ ਵਿੱਚ ਆਈ?
ਸਾਡੀਆਂ ਹੀ ਗਲਤੀਆਂ ਹੈ। ਜਿਹੜੇ ਮੈਂ ਸੱਚ ਕਹਾਂ, ਜਿਹੜੇ NRI ਵੀਰ ਸੀਗੇ ਉਹ ਇੱਧਰ ਆ ਕੇ ਪੈਸੇ ਨੂੰ ਉਧਰਲੇ ਪੈਸੇ ਇੱਧਰ ਆ ਕੇ ਜਦੋਂ ਮੈਨੂੰ ਪਤਾ ਪੈਸਾ ਜ਼ਿਆਦਾ ਬਣਦਾ ਆ ਤੇ ਉਹਨਾਂ ਨੂੰ ਦੇਣ ਲੱਗਿਆ ਕੋਈ ਮੁਸ਼ਕਲ ਨਹੀਂ ਆਉਂਦੀ ਸੀ, ਤੇ ਲੋਕਾਂ ਦਾ ਫਿਰ ਪੰਜਾਬੀ 'ਚ ਕਹੀਏ ਤਾਂ ਮੂੰਹ ਪੈ ਗਿਆ, ਤੇ ਉਹਨਾਂ ਦੀਆਂ ਗਲਤੀਆਂ ਅੱਜ ਸਾਨੂੰ ਭੁਗਤਣੀਆਂ ਪੈ ਰਹੀਆਂ। ਬਿਲਕੁਲ, ਕਿਉਂਕਿ ਇੱਕ ਆਮ ਇਨਸਾਨ ਜਿਹੜਾ ਜ਼ਿਆਦਾ ਨਹੀਂ ਕਮਾ ਰਿਹਾ ਪਰ ਉਹਦੇ 'ਚ ਟੈਲੈਂਟ ਹੈਗਾ ਹੈ ਨਾ, ਲੇਕਿਨ ਉਹ ਵੱਡਾ ਬਜਟ ਨਹੀਂ ਲਗਾ ਪਾ ਰਿਹਾ, ਸੋ ਇਸ ਲਈ ਉਹ ਲਾਂਚ ਵੀ ਵਧੀਆ ਨਹੀਂ ਹੋ ਪਾ ਰਿਹਾ ਕਿਉਂਕਿ ਉਹਦੇ ਕੋਲ ਪੈਸੇ ਹੀ ਨਹੀਂ ਹੈਗੇ। ਕਿਉਂਕਿ ਬਾਹਰ ਲੋਕੀ ਪੈਸੇ ਲੈ ਕੇ ਆ ਜਾਂਦੇ ਸੀਗੇ, ਔਰ ਇੱਧਰ ਆ ਕੇ ਉਹਨਾਂ ਨੇ ਡਬਲ ਕਰਕੇ ਟ੍ਰਿਪਲ ਕਰਕੇ ਆਪਣੇ ਆਪ ਨੂੰ ਹਾਈਲਾਈਟ ਕਰ ਜਾਣਾ, ਤੇ ਔਰ ਬਾਹਰ ਜਾ ਕੇ ਸੈਟਅਪ ਹੋ ਜਾਣਾ। ਤੇ ਜਿਹੜੇ ਇੱਧਰਲੇ ਸੀ ਵਿਚਾਰੇ, ਉਹਨਾਂ ਦੇ ਕਰਕੇ ਉਹ ਰੁਲ ਗਏ ਆ, ਸੱਚੇ ਬੰਦੇ ਰੁਲ ਗਏ ਆ, ਕਹੀਏ ਤਾਂ ਹੀਰੇ ਰੁਲ ਗਏ ਇੱਥੇ। ਹਾਂਜੀ ਬਿਲਕੁਲ, ਤੇ ਔਰ ਇਹ ਚੀਜ਼ ਇਹਦਾ ਦੇਖ ਕੇ ਕਾਰਨ ਬਹੁਤ ਦੁੱਖ ਹੁੰਦਾ ਕਈ ਵਾਰ। NRI ਇਹ ਜਿਹੜੇ ਉਧਰੋਂ ਕਲਾਕਾਰ ਬਣਦੇ ਇੱਧਰ ਆਉਂਦੇ ਆ। ਬਿਲਕੁਲ, ਔਰ ਆਈ ਹੋਪ ਕਿ ਆਈ ਵਿਸ਼ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਥੋੜ੍ਹੀਆਂ ਘੱਟ ਜਾਣ। ਜਿਹੜੀ ਅਸੀਂ ਇਹ ਸਾਰੇ ਹੁਣ ਕੋਵਿਡ ਦੇ ਦੌਰਾਨ ਇੱਕ ਬਹੁਤ ਹਾਰਡ ਟਾਈਮ ਤੋਂ ਹਜੇ ਵੀ ਗੁਜ਼ਰ ਰਹੇ ਹਾਂ, ਔਰ ਮੈਂ ਅਰਦਾਸ ਕਰਾਂਗੀ ਕਿ ਜਲਦੀ ਨਾਲ ਇਹ ਜਿਹੜੀ ਬਿਮਾਰੀ ਹੈ ਜਾਵੇ ਔਰ ਜਿਹੜੇ ਹਾਲਾਤ ਹੈ ਦੁਬਾਰਾ ਸਮੂਥ ਹੋਣ, ਨੋਰਮਲ ਲਾਈਫ 'ਚ ਅਸੀਂ ਸਾਰੇ ਵਾਪਸ ਆਈਏ, ਔਰ ਇਸ ਵਕਤ ਤੋਂ ਅਸੀਂ ਕੁਝ ਸਿੱਖੀਏ। ਜਿਹੜੇ ਅਸੀਂ ਆਪਣੇ ਖਰਚੇ ਵਧਾਏ ਆ, ਚਾਹੇ ਉਹ ਵਿਆਹਾਂ ਨੂੰ ਲੈ ਕੇ ਵਧਾਏ ਆ, ਚਾਹੇ ਉਹ ਮਿਊਜ਼ਿਕ ਦੇ ਵਿੱਚ ਵਧਾਏ ਆ, ਚਾਹੇ ਅਸੀਂ ਫਿਲਮਾਂ ਬਣਾਉਣ ਦੇ ਵਿੱਚ ਵਧਾਏ ਆ, ਉਹ ਸਾਰੇ ਖਰਚੇ ਕਿਤੇ ਨਾ ਕਿਤੇ ਅਸੀਂ ਘਟਾਈਏ ਔਰ ਇੱਕ ਆਮ ਇਨਸਾਨ ਦੇ ਬਾਰੇ ਵੀ ਸੋਚੀਏ ਕਿ ਅਸੀਂ ਓਨਾ ਹੀ ਬਜਟ ਲਗਾਈਏ ਜਿਹੜਾ ਇੱਕ ਆਮ ਇਨਸਾਨ ਵੀ ਮੈਨੇਜ ਕਰ ਸਕੇ, ਤਾਂ ਕਿ ਅਸੀਂ ਸਾਰੇ ਜਿਹੜਾ ਇੱਕ ਸਹੀ ਟੈਲੈਂਟ ਹੈ ਉਹਨੂੰ ਵੀ ਅੱਗੇ ਆਉਣ ਦੇ ਵਿੱਚ ਉਹਨੂੰ ਮਦਦ ਕਰ ਸਕੀਏ। ਬਿਲਕੁਲ ਬਿਲਕੁਲ ਸਹੀ ਗੱਲ ਹੈ, ਬਿਲਕੁਲ ਤੁਸੀਂ ਸਹੀ ਕਹਿ ਰਹੇ ਆ, ਔਰ ਅਸੀਂ ਉਮੀਦ ਇਹੀ ਰੱਖਦੇ ਹਾਂ। ਹਾਂਜੀ ਬਿਲਕੁਲ, ਔਰ ਕੁਝ ਹੋਰ ਸਾਨੂੰ ਕੋਈ ਗੀਤ ਦੀਆਂ ਲਾਈਨਾਂ ਸੁਣਾਉਣਾ ਚਾਹੋਗੇ ਜਿਹੜੀਆਂ ਤੁਹਾਡੇ ਗੀਤ ਆ ਚੁੱਕੇ ਨੇ? ਜਿਵੇਂ ਮੈਂ ਪਹਿਲਾਂ ਦੱਸਿਆ ਸੀ ਕਿ ਆਰਤੀ ਜਿਹੜਾ ਇਹ ਸੀ ਇੱਕ ਤੁਹਾਡਾ ਡਿਵੋਸ਼ਨਲ ਆਈ ਥਿੰਕ ਸੌਂਗ ਸੀ। ਬਾਬਾ ਬਾਲਕ ਨਾਥ ਜੀ ਦਾ ਇਹ ਆਰਤੀ ਗਾਈ ਸੀਗੀ ਕਿ ਆਰਤੀ ਕਰਾਂ ਮੈਂ ਤੇਰੀ ਸੋਹਣੀ ਗੁਫਾ ਵਾਲੜਿਆ, ਸ਼ਾਹ ਤਲਾਈਆਂ ਵਾਲੜਿਆ, ਸ਼ਾਹ ਤਲਾਈਆਂ ਵਾਲੜਿਆ। ਔਰ ਇੱਕ ਜੋਤਾਂ ਦਾ ਨਜ਼ਾਰਾ ਸੀਗਾ, ਵੇਖ ਲਿਆ ਮੈਂ ਤੇਰੀ ਜੋਤਾਂ ਦਾ ਨਜ਼ਾਰਾ, ਜੋਤਾਂ ਦੇ ਵਿੱਚੋਂ ਦੇਖੇ ਰੂਪ ਤੇਰਾ ਨਿਆਰਾ। ਬਹੁਤ ਵਧੀਆ। ਜਿੰਨੀ ਸਿਫਤ ਸੁਣੀ ਵੱਧ ਕੇ ਹੀ ਪਾਈਏ, ਭਰ ਗਈ ਆ ਝੋਲੀ ਮੈਂ ਤਾਂ ਜਿੰਨੀ ਵੀ ਫੈਲਾਈਏ, ਸੁੱਖਾਂ ਦਾ ਮਿਲ ਗਿਆ ਮੈਨੂੰ ਤੇ ਕਿਨਾਰਾ, ਵੇਖ ਲਿਆ ਮੈਂ ਤੇਰੀ ਜੋਤਾਂ ਦਾ ਨਜ਼ਾਰਾ। ਸੋ ਬਲਵਿੰਦਰ ਜੀ, ਬਾਹਰ ਦੀ ਫੇਰੀ ਲਗਾਈ ਤੁਸੀਂ ਕਦੀ ਕਿ ਨਹੀਂ? ਸ਼ੋਜ਼ ਵਗੈਰਾ ਤੁਸੀਂ ਕਿੱਥੇ ਤੱਕ ਲਗਾ ਚੁੱਕੇ ਹੋ? ਹਲੇ ਤੱਕ ਤਾਂ ਨਹੀਂ, ਅੱਜ ਤੁਹਾਡੇ ਸਨਮੁਖ ਹੋ ਗਏ ਆ, ਔਰ ਦੁਆ ਕਰਿਓ ਮੈਂ ਆਪਣੇ ਪੇਰੈਂਟਸ ਦੀ ਮੈਂ ਖੁਆਇਸ਼ ਪੂਰੀ ਕਰ ਸਕਾਂ ਔਰ ਮੈਂ ਲੋਕਾਂ ਵਿੱਚ ਬਾਹਰ ਜਾ ਕੇ ਕੁਝ ਅੱਛਾ ਕਰ ਸਕਾਂ। ਬਿਲਕੁਲ ਜੀ, ਅਸੀਂ ਚਾਹੁੰਦੇ ਹਾਂ ਕਿ ਜਲਦੀ ਨਾਲ ਹਾਲਾਤ ਨਾਰਮਲ ਹੋ ਜਾਣ। ਸਾਰੇ ਕਿਸਾਨ ਵੀ ਜਿਹੜੇ ਆਪਣਾ ਪ੍ਰੋਟੈਸਟ ਕਰ ਰਹੇ ਹਨ, ਉਹਨਾਂ ਦਾ ਵੀ ਜਿਹੜਾ ਮਸਲਾ ਹੈ ਉਹ ਸ਼ਾਂਤੀਪੂਰਵਕ ਹੱਲ ਹੋ ਜਾਵੇ, ਔਰ ਜਿਹੜਾ ਕੋਵਿਡ ਆ ਉਹ ਵੀ ਠੀਕ ਹੋ ਜਾਵੇ, ਅਸੀਂ ਸਾਰੇ ਨਾਰਮਲ ਲਾਈਫ 'ਚ ਵਾਪਸ ਆਈਏ, ਉੱਦਾਂ ਹੀ ਮੇਲੇ ਲਗਾਈਏ, ਉੱਦਾਂ ਹੀ ਅਸੀਂ ਪਾਰਟੀਜ਼ ਨੂੰ, ਐਂਟਰਟੇਨਮੈਂਟ ਨੂੰ ਇੰਜੋਏ ਕਰ ਸਕੀਏ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਹਾਂਗੇ ਤੁਸੀਂ ਵਧੀਆ ਵਧੀਆ ਗੀਤ ਤੁਸੀਂ ਲੈ ਕੇ ਆਓ ਆਪਣੇ ਫੈਨਸ ਲਈ, ਫੋਲੋਅਰਸ ਲਈ, ਔਰ ਮੈਂ ਸਾਰੇ ਦਰਸ਼ਕਾਂ ਨੂੰ ਵੀ ਇਹੀ ਕਹਾਂਗੀ ਤੁਸੀਂ ਜ਼ਰੂਰ ਬਲਵਿੰਦਰ ਦਿਲਦਾਰ ਜੀ ਨੂੰ ਫੋਲੋ ਕਰੋ, ਉਹਨਾਂ ਦੇ ਗੀਤਾਂ ਨੂੰ ਸੁਣੋ, ਜੇ ਗੀਤ ਵਧੀਆ ਲੱਗਦੇ ਉਹਨਾਂ ਨੂੰ ਸ਼ੇਅਰ ਕਰੋ, ਉਹਨਾਂ ਨੂੰ ਸੁਝਾਅ ਜ਼ਰੂਰ ਦਿਓ ਜੇ ਤੁਹਾਨੂੰ ਲੱਗਦਾ ਕਿ ਉਹ ਹੋਰ ਵਧੀਆ ਲਿਖ ਸਕਦੇ ਨੇ ਜਾਂ ਗਾ ਸਕਦੇ ਨੇ। ਤਾਂ ਬਲਵਿੰਦਰ ਜੀ, ਕੀ ਕਹਿਣਾ ਚਾਹੋਗੇ ਜਾਣ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ? ਮੈਂ ਤਾਂ ਜਾਣ ਤੋਂ ਪਹਿਲਾਂ ਇਹੀ ਕਹਾਂਗਾ ਕਿ ਸਾਂਝਾ ਪੰਜਾਬ ਚੈਨਲ ਨੂੰ ਮੇਰੇ ਵੱਲੋਂ ਬਹੁਤ ਬਹੁਤ ਦਿਲੋਂ ਮੇਰਾ ਧੰਨਵਾਦ ਆ, ਔਰ ਰੱਬ ਤੁਹਾਨੂੰ ਵੀ ਚੜ੍ਹਦੀ ਕਲਾ 'ਚ ਰੱਖੇ। ਔਰ ਜੇ ਮੈਂ ਮੈਸੇਜ ਦੇਵਾਂ ਤਾਂ ਇਹੀ ਕਹਾਂਗਾ ਕਿ ਨਾ ਨਫ਼ਰਤ, ਨਾ ਵੈਰ, ਨਾ ਤਕਰਾਰ ਕਰਕੇ ਜੀਵੋ, ਜੀਣਾ ਤਾਂ ਹੈ ਸਭ ਨੇ, 2 ਜਾਂ 4 ਦਿਨ ਕਿਉਂ ਨਾ ਯਾਰੋ ਪਿਆਰ ਕਰਕੇ ਜੀਵੋ। ਬਹੁਤ ਵਧੀਆ। ਤੰਗ ਦਿਲੀ ਕਰਕੇ ਜੀਣਾ ਹੋਇਆ ਤਾਂ ਕਾਹਦਾ ਜੀਣਾ ਹੋਇਆ, ਤੰਗ ਦਿਲੀ ਕਰਕੇ ਜੀਣਾ ਹੋਇਆ ਤਾਂ ਕਾਹਦਾ ਜੀਣਾ ਹੋਇਆ, ਜੇ ਜੀਣਾ ਹੈ ਬਲਵਿੰਦਰ ਤਾਂ ਫਿਰ ਦਿਲਦਾਰ ਬਣ ਕੇ ਜੀਓ, ਜੇ ਜੀਣਾ ਹੈ ਬਲਵਿੰਦਰ ਤਾਂ ਦਿਲਦਾਰ ਬਣ ਕੇ ਜੀਓ, ਜੀਣਾ ਤਾਂ ਹੈ ਸਭ ਨੇ ਕਿਉਂ ਨਾ ਯਾਰੋ ਪਿਆਰ ਕਰਕੇ ਜੀਓ। ਮੇਰੇ ਵੱਲੋਂ ਜਿਉਂਦੇ ਰਹੋ, ਵਸਦੇ ਰਹੋ, ਔਰ ਇਸ ਤਰ੍ਹਾਂ ਹੀ ਮੈਨੂੰ ਬਲੈਸਿੰਗ ਦਿੰਦੇ ਰਹੋ। ਰੱਬ ਤੁਹਾਨੂੰ ਰਾਜੀ ਰੱਖੇ, ਰੂਹ ਤੁਹਾਡੀ ਤਾਜ਼ੀ ਰੱਖੇ, ਕਹਿੰਦਾ ਦਿਲਦਾਰ ਸਾਂਝੇ ਪੰਜਾਬ ਵਾਲਿਓ, ਰੱਬ ਸਦਾ ਤੁਹਾਡੇ ਹੱਥ ਵਿੱਚ ਜਿੱਤ ਵਾਲੀ ਬਾਜੀ ਰੱਖੇ। ਵਾਓ, ਵੈਰੀ ਨਾਈਸ, ਥੈਂਕ ਯੂ ਸੋ ਮਚ। ਇੰਨੇ ਸੋਹਣੇ ਅਲਫਾਜ਼ ਤੁਸੀਂ ਸਾਡੇ ਲਈ ਕਹੇ, ਔਰ ਸਾਡੀਆਂ ਦੁਆਵਾਂ ਵੀ ਤੁਹਾਡੇ ਨਾਲ ਹਨ, ਔਰ ਇਹੀ ਅਰਦਾਸ ਕਰਾਂਗੇ ਕਿ ਤੁਸੀਂ ਵੀ ਆਪਣੇ ਫੀਲਡ ਦੇ ਵਿੱਚ ਕਾਮਯਾਬ ਹੋਵੋ, ਜਿਹੜੀਆਂ ਵੀ ਤੁਹਾਡੀਆਂ ਹੋਰ ਵਿਸ਼ੇਸ ਹਨ ਉਹ ਰੱਬ ਪੂਰੀਆਂ ਕਰੇ, ਔਰ ਜਿੰਨੇ ਵੀ ਸਾਡੇ ਇਸ ਵੇਲੇ ਦਰਸ਼ਕ ਸਾਨੂੰ ਦੇਖ ਰਹੇ ਹਨ, ਉਹ ਦਰਸ਼ਕਾਂ ਦੀਆਂ ਵੀ ਸਾਰੀਆਂ ਜਿਹੜੀਆਂ ਖੁਆਇਸ਼ਾਂ ਹਨ ਉਹ ਪੂਰੀਆਂ ਹੋਣ, ਉਹ ਸਾਰੇ ਤੰਦਰੁਸਤ ਰਹਿਣ, ਹੱਸਦੇ ਵਸਦੇ ਰਹਿਣ। ਅਗੇਨ ਥੈਂਕ ਯੂ ਬਲਵਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੋਤੀ ਜੀ, ਥੈਂਕ ਯੂ ਭੁਪਿੰਦਰ ਜੀ, ਥੈਂਕ ਯੂ ਸੋ ਮਚ। ਸਾਂਝਾ ਪੰਜਾਬ, ਸਤਿ ਸ਼੍ਰੀ ਅਕਾਲ।
ਥੈਂਕ ਯੂ, ਸਤਿ ਸ਼੍ਰੀ ਅਕਾਲ। ਤੇ ਚਲੋ ਜੀ, ਮੈਂ ਵੀ ਲੈਂਦੀ ਹਾਂ ਤੁਹਾਡੇ ਸਾਰਿਆਂ ਕੋਲੋਂ ਇਜਾਜ਼ਤ। ਉਮੀਦ ਕਰਦੀ ਹਾਂ ਕਿ ਅੱਜ ਦੀ ਗੱਲਬਾਤ ਤੁਹਾਨੂੰ ਪਸੰਦ ਆਈ। ਬਲਵਿੰਦਰ ਦਿਲਦਾਰ ਜੀ ਦੇ ਤੁਸੀਂ ਗੀਤ ਜ਼ਰੂਰ ਸੁਣਿਓ ਜੇ ਹਜੇ ਤੱਕ ਨਹੀਂ ਸੁਣੇ, ਔਰ ਕਿਉਂਕਿ ਤੁਹਾਡੀ ਸਾਰਿਆਂ ਦੀ ਹੌਸਲਾ ਅਫਜ਼ਾਈ, ਤੁਹਾਡੇ ਸਾਰਿਆਂ ਦੀ ਫੀਡਬੈਕ ਜਿਹੜੀ ਹੈ ਉਹ ਹਰ ਇਨਸਾਨ ਨੂੰ ਅੱਗੇ ਵਧਣ ਦੇ ਲਈ ਹੋਰ ਜ਼ਿਆਦਾ ਬੂਸਟ ਦਿੰਦੀ ਹੈ, ਪ੍ਰੋਤਸਾਹਿਤ ਕਰਦੀ ਹੈ, ਐਨਕਰੇਜ ਕਰਦੀ ਹੈ। ਸੋ ਆਪਣੇ ਜਿਹੜੀ ਫੀਡਬੈਕ ਹੈ ਉਹ ਜ਼ਰੂਰ ਦਿਓ ਤੁਸੀਂ, ਚਾਹੇ ਆਰਟਿਸਟ ਛੋਟਾ ਹੈ, ਵੱਡਾ ਹੈ, ਨਾਮੀ ਹੈ ਜਾਂ ਸਟਰਗਲਰ ਹੈ, ਉਹਨਾਂ ਨੂੰ ਫੀਡਬੈਕ ਜ਼ਰੂਰ ਦਿਓ। ਕਿਉਂਕਿ ਕੋਈ ਵੀ ਕੰਮ ਜਦੋਂ ਕੋਈ ਵੀ ਇਨਸਾਨ ਕਰਦਾ ਹੈ, ਚਾਹੇ ਉਹ ਸਿੰਗਰ ਹੈ, ਚਾਹੇ ਉਹ ਐਕਟਰ ਹੈ, ਚਾਹੇ ਉਹ ਮੀਡੀਆ ਦੀ ਪਰਸਨੈਲਿਟੀ ਹੈ, ਚਾਹੇ ਉਹ ਸੋਸ਼ਲ ਵਰਕਰ ਹੈ, ਜਦ ਤੱਕ ਤੁਸੀਂ ਉਹਨੂੰ ਉਹਦੀ ਚੀਜ਼ ਦੱਸੋਗੇ ਨਹੀਂ ਕਿ ਹਾਂ ਉਹਨੇ ਕੀ ਕੰਮ ਵਧੀਆ ਕੀਤਾ ਜਾਂ ਹੋਰ ਕੀ ਉਹ ਵਧੀਆ ਕਰ ਸਕਦਾ ਜਾਂ ਉਹਨੂੰ ਕੀ ਹੋਰ ਕਰਨਾ ਚਾਹੀਦਾ ਹੈ, ਉਦੋਂ ਤੱਕ ਉਹ ਹੋਰ ਵਧੀਆ ਆਪਣੇ ਆਪ ਨੂੰ ਸਟੈਬਲਿਸ਼ ਨਹੀਂ ਕਰ ਸਕਦਾ। ਸੋ ਚਾਹੇ ਕਿਸੇ ਨੇ ਆਪਣੇ ਵੱਲੋਂ ਕੋਸ਼ਿਸ਼ ਛੋਟੀ ਜਾਂ ਵੱਡੀ ਕੀਤੀ ਹੈ, ਲੇਕਿਨ ਉਸ ਕੋਸ਼ਿਸ਼ ਦੇ ਪਿੱਛੇ ਬਹੁਤ ਸਾਰੀ ਮਿਹਨਤ ਹੁੰਦੀ ਹੈ, ਫਿਜ਼ੀਕਲ ਮਿਹਨਤ ਹੁੰਦੀ ਹੈ, ਫਾਈਨੈਂਸ਼ੀਅਲੀ ਵੀ ਉਹ ਇਨਵੋਲਵ ਹੁੰਦੀਆਂ ਚੀਜ਼ਾਂ। ਸੋ ਇਸ ਕਰਕੇ ਜ਼ਰੂਰ ਹੈ ਕਿ ਉਹਦੇ ਪੋਜ਼ੀਟਿਵ ਪੁਆਇੰਟਸ ਨੂੰ ਵੀ ਦੇਖੋ, ਸਿਰਫ ਨੈਗੇਟਿਵਸ ਨੂੰ ਨਾ ਦੇਖੋ। ਉਮੀਦ ਕਰਦੀ ਹਾਂ ਕਿ ਤੁਸੀਂ ਪੋਜ਼ੀਟਿਵਿਟੀ ਜਿਹੜੀ ਹੈ ਉਹ ਬਣਾ ਕੇ ਰੱਖੋਗੇ, ਪੋਜ਼ੀਟਿਵ ਮਾਈਂਡ ਹਮੇਸ਼ਾ ਆਪਣਾ ਬਣਾ ਕੇ ਰੱਖੋਗੇ, ਔਰ ਸਾਡੀ ਕੋਸ਼ਿਸ਼ ਜਿਹੜੀ ਹੈ ਹਮੇਸ਼ਾ ਜਾਰੀ ਰਹੇਗੀ ਤੁਹਾਨੂੰ ਖੂਬਸੂਰਤ ਸ਼ਖਸੀਅਤਾਂ ਦੇ ਨਾਲ ਮਿਲਵਾਉਣ ਦੀ ਔਰ ਐਂਟਰਟੇਨਮੈਂਟ ਦੇਣ ਦੀ। ਸੋ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੈ, ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਸਾਡੇ ਕੋਲੋਂ, ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਮੇਰਾ ਨੰਬਰ ਹੈ 6478987769। ਸਾਂਝਾ ਪੰਜਾਬ ਟੀਵੀ ਦਾ ਐਪ ਤੁਸੀਂ ਡਾਊਨਲੋਡ ਕਰਕੇ ਸਾਡੇ ਪ੍ਰੋਗਰਾਮ ਕਦੇ ਵੀ ਕਿਤੇ ਵੀ ਵਾਚ ਕਰ ਸਕਦੇ ਹੋ। ਸਾਂਝਾ ਪੰਜਾਬ YouTube, ਫੇਸਬੁੱਕ ਪੇਜ ਤੁਸੀਂ ਉਹਨਾਂ ਨੂੰ ਜ਼ਰੂਰ ਸਬਸਕ੍ਰਾਈਬ ਅਤੇ ਲਾਈਕ ਕਰੋ, ਅਤੇ ਮੈਨੂੰ ਵੀ ਤੁਸੀਂ ਫੋਲੋ ਕਰੋ ਸਾਰੇ ਸੋਸ਼ਲ ਮੀਡੀਆ ਹੈਂਡਲਸ 'ਤੇ। ਅਤੇ ਜੇ ਤੁਸੀਂ ਮੌਰਗੇਜ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ, ਤੁਸੀਂ ਮੌਰਗੇਜ ਕਰਵਾਉਣਾ ਚਾਹੁੰਦੇ ਹੋ, ਪ੍ਰਾਈਵੇਟ ਫੰਡਸ ਚਾਹੁੰਦੇ ਹੋ, ਰੀਨਿਊਅਲ ਕਰਵਾਉਣਾ ਚਾਹੁੰਦੇ ਹੋ, ਟਰੱਕ ਲੋਨ ਲੈਣਾ ਚਾਹੁੰਦੇ ਹੋ, ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਮੌਰਗੇਜ ਦੇ ਨਾਲ ਰਿਲੇਟਡ ਤੁਸੀਂ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 6478987769। ਮੈਂ ਲੈਂਦੀ ਹਾਂ ਤੁਹਾਡੇ ਸਾਰਿਆਂ ਕੋਲੋਂ ਇਜਾਜ਼ਤ। ਵਾਪਸ ਫਿਰ ਹਾਜ਼ਰ ਹੋਵਾਂਗੀ ਇੱਕ ਖਾਸ ਮਹਿਮਾਨ ਤੇ ਖਾਸ ਚਰਚਾ ਦੇ ਨਾਲ। ਤੁਸੀਂ ਰੱਖੋ ਆਪਣਾ ਬਹੁਤ ਸਾਰਾ ਧਿਆਨ। ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਸਲਾਮ। ਲਾਈਫ ਵਿਦ ਸ਼ਰੂਤੀ।